साडी अज दी ये मुलाकात लैफ्टिनेंट कर्नल अशोक कुमार गुप्ता जी नाल आ। गुप्ता जी PMG रिटायर्ड होए ने। मैपल एजुकेशन नां दी संस्था चलाउंदे ने जिथे बच्चों नूं आईलैट्स या होर कोर्सिस दा ये डायरैक्टर ने उत्थे अपने मैपल एजुकेशन दे विच। अज इस मुलाकात दे विच ये साडे दर्शकां नूं साडे विद्यार्थियों नूं सिविल सर्विसिज दी ट्रेनिंग जिहड़ी है किवें तुसीं सिविल सर्विसिज लई तैयारी कर सकदे हो उहदे बारे विस्तार नाल चानना पाउणगे। गुप्ता जी तुहाडा बहुत स्वागत है साडे इस प्रोग्राम दे विच। गुप्ता साहब पहलां तां सब तो पहलां मैं चाहांगा कि साडे दर्शकां नूं तुसीं ये दसो कि सिविल सर्विसिज है की, इहदी रूपरेखा की है, इहदी बनतर की है, उणतर बनतर सारा थोड़ा जिहा संखेप दे विच इहदे बारे दसो। धन्यवाद। सिविल सर्विसिज नूं हिंदुस्तान की जिहड़ी प्रशासनिक सेवा जी जी उहदी रीढ़ की हड्डी कहा जाता है। जी जी ये अंग्रेज़ों के वेले तो सिविल सर्विसिज चली आंदियां ने। बिल्कुल बिल्कुल बिल्कुल। ते ये जिहड़ी टॉप की सर्विसिज है किसी भी फील्ड च जी ਉਹਦੇ ਚ ਟੌਪ ਦੀ ਪੋਜੀਸ਼ਨ ਤੋਂ ਸਟਾਰਟ ਕਲਾਸ 1 ਆਫੀਸਰ ਤੋਂ ਬੰਦਾ ਸਟਾਰਟ ਕਰਦਾ ਹੈ। ਜੀ 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 ਉਹ ਚ 3 ਆਲ ਇੰਡੀਆ ਸਰਵਿਸਿਜ਼ ਨੇ ਜੀ। IAS इंडियन एडमिनिस्ट्रेटिव सर्विस जी, इंडियन पुलिस सर्विस जी और इंडियन फॉरेस्ट सर्विस है ਉਹਦਾ ਇਮਤਿਹਾਨ ਅਲੱਗ ਹੁੰਦਾ जी। ਇਹ 3 ਆਲ ਇੰਡੀਆ ਸਰਵਿਸਿਜ਼ ਨੇ। जी जी ਬਾਕੀ ਜਿੰਨੀਆਂ ਉਹ ਸੈਂਟਰਲ ਸਰਵਿਸਿਜ਼ ਕਹਿੰਦੀਆਂ ਨੇ। अच्छा जी ਜਿੱਦਾਂ ਇਨਕਮ ਟੈਕਸ ਸਰਵਿਸ, जी 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 ਕਸਟਮਸ, जी जी ਇੰਡੀਅਨ ਪੋਸਟਲ ਸਰਵਿਸ, जी जी ਇੰਡੀਅਨ ਰੇਲਵੇ ਸਰਵਿਸ, जी 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 ਇਦਾਂ ਕਈ ਅਲੱਗ-ਅਲੱਗ ਸਰਵਿਸਿਜ਼ ਨੇ। जी जी ਉਹਨਾਂ ਦੇ ਲਈ ਸਿਲੈਕਸ਼ਨ ਕੀਤੀ ਜਾਂਦੀ ਹੈ। जी 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 ਉਹ ਇਹਦੇ ਲਈ ਇੱਕ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੁੰਦਾ। जी ਉਹਦੇ ਚ ਪਹਿਲਾਂ ਇੱਕ ਪ੍ਰੀਲਿਮਿਨਰੀ ਇਮਤਿਹਾਨ ਹੁੰਦਾ, जी ਫਿਰ ਇੱਕ ਮੇਨ ਇਮਤਿਹਾਨ ਹੁੰਦਾ, जी जी ਫਿਰ ਇੰਟਰਵਿਊ ਹੁੰਦਾ। अच्छा जी ਤੇ ਜਿਹੜੇ ਬੰਦੇ ਚੁਣੇ ਜਾਂਦੇ ਨੇ जी जी ਉਹਨਾਂ ਦੀ ਇੱਕ ਟ੍ਰੇਨਿੰਗ ਹੁੰਦੀ ਆ। जी जी ਉਹ ਲਗਭਗ 2 ਸਾਲ ਦੀ ਹੁੰਦੀ ਆ। जी जी ਕਿਸੇ ਸਰਵਿਸ ਥੋੜੀ ਘੱਟ, ਕਿਸੇ ਥੋੜੀ ਵੱਧ। जी जी ਉਹਨਾਂ ਚ ਉਹਨਾਂ ਨੂੰ ਫਿਰ ਉਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ जी ਤੇ ਉਹਨਾਂ ਨੂੰ ਜਿਹੜੀਆਂ ਟੌਪ ਦੀ ਪੋਸਟ ਤੇ ਲਗਾਇਆ ਜਾਂਦਾ। ਜਿੱਦਾਂ ਜਿਹੜੇ ਬੰਦੇ IAS ਚਾਹੁੰਦੇ ਨੇ, जी ਇੰਡੀਅਨ ਫੋਰਨ ਸਰਵਿਸ ਵਿੱਚ ਚਾਹੁੰਦਾ, जी 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 ਉਹ ਐਡੀਸ਼ਨਲ ਡਿਸਟ੍ਰਿਕਟ ਮੈਜਿਸਟ੍ਰੇਟ ਵਗੈਰਾ ਤੋਂ ਸਟਾਰਟ ਕਰਦੇ ਨੇ ਜਿੱਦਾਂ। जी जी ਤੇ ਫਿਰ 2-3 ਸਾਲ ਚ ਪੰਜਾਬ ਚ ਡਿਪਟੀ ਕਮਿਸ਼ਨਰ ਕਹਿੰਦੇ ਨੇ जी जी ਤੇ ਬਾਕੀ ਜਗ੍ਹਾ ਤੇ ਡਿਸਟ੍ਰਿਕਟ ਕਲੈਕਟਰ ਕਹਿੰਦੇ ਨੇ। जी जी ਕਈ ਜਗ੍ਹਾ DM ਬੋਲਦੇ, ਕਈ ਸਟੇਟ DM हाँ जी हाँ जी ਉਹ ਐਕਚੁਅਲੀ ਹੁੰਦਾ ਡਿਸਟ੍ਰਿਕਟ ਕਲੈਕਟਰ ਐਂਡ ਡਿਸਟ੍ਰਿਕਟ ਮੈਜਿਸਟ੍ਰੇਟ। अच्छा ਜੀ ਡੈਜ਼ਿਗਨੇਸ਼ਨ ਇਹ ਹੈ, ਜੀ। ਅਲੱਗ-ਅਲੱਗ ਨਾਮ ਤੇ ਬੋਲਿਆ ਜਾਂਦਾ। बिल्कुल बिल्कुल ਏਦਾਂ ਹੀ ਪੁਲਿਸ ਚ ਬੰਦਾ ਐਡੀਸ਼ਨਲ SP ਤੋਂ ਸ਼ੁਰੂ ਕਰਦਾ, जी जी ਫਿਰ ਸੁਪਰਡੈਂਟ ਪੁਲਿਸ ਬਣਦਾ। बिल्कुल ਏਦਾਂ ਹੀ ਕਸਟਮ ਚ जी जी ਇਨਕਮ ਟੈਕਸ ਅਸਿਸਟੈਂਟ ਕਮਿਸ਼ਨਰ ਵਗੈਰਾ ਤੋਂ ਸਟਾਰਟ ਕਰਦੇ ਨੇ। जी जी ਉੱਥੋਂ ਕਰੀਅਰ ਬੰਦੇ ਦਾ ਸਟਾਰਟ ਹੁੰਦਾ। जी ਇਹ ਤੋਂ ਗਵਰਨਮੈਂਟ ਦੇ ਵਿੱਚ ਐਂਟਰੀ ਚ ਇਹ ਤੋਂ ਉੱਚਾ ਸਟਾਰਟ ਕਿਤੇ ਨਹੀਂ ਹੈ। जी 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 बिल्कुल बिल्कुल ਔਰ ਇਹਦੇ ਚ ਦੇਸ਼ ਦੀ ਸੇਵਾ ਦਾ ਮੌਕਾ ਵੀ ਮਿਲਦਾ, बिल्कुल बिल्कुल ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਵੀ ਮੌਕਾ मौका ਮਿਲਦਾ मिलता है। बिल्कुल 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 ਔਰ ਇਹ ਚ ਨਾਮ ਵੀ ਆ, ਸੇਵਾ ਵੀ ਆ, बिल्कुल बिल्कुल ਸਭ ਕੁਝ ਹੈ। ਇਹ ਦੱਸੋ ਕਿ ਇਸ ਐਗਜ਼ਾਮ ਦੀ ਜਿਹੜਾ ਤੁਸੀਂ ਟੈਸਟ ਦੇਣਾ ਹੈ ਜੀ 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 ਉਹਦੀ ਐਕੈਡੈਮਿਕ ਕੁਆਲੀਫਿਕੇਸ਼ਨ ਕਿੰਨੀ ਚਾਹੀਦੀ ਹੈ, ਹਾਂਜੀ। ਉਹਦੀ ਵਿਦਿਅਕ ਯੋਗਤਾ ਕਿੰਨੀ ਹੋਵੇ ਜੀ ਜੀ ਜਿਹੜਾ ਉਹ ਇਮਤਿਹਾਨ ਦੇ ਸਕਦਾ ਹੈ? ਜੀ ਜੀ ਇਹਦੇ ਚ ਵਿਦਿਅਕ ਯੋਗਤਾ ਤਾਂ ਉਹਨਾਂ ਨੇ ਸਿਰਫ ਗ੍ਰੈਜੂਏਸ਼ਨ ਰੱਖੀ ਹੈ। ਅੱਛਾ ਜੀ ਮਤਲਬ ਗ੍ਰੈਜੂਏਟ BA ਹੋਣਾ ਪਾਸ, ਚਾਹੀਦਾ ਹੈ, BA, BA ਪਾਸ BSc ਹੋਣਾ ਚਾਹੀਦਾ। ਜਾਂ ਇੰਜੀਨੀਅਰਿੰਗ ਅੱਛਾ ਜੀ। ਜਾਂ ਇਵਨ ਡਾਕਟਰ ਵੀ ਬਹੁਤ ਪੀਅਰ ਹੁੰਦੇ ਨੇ। ਜੀ 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 ਮਤਲਬ ਇੱਕ ਗ੍ਰੈਜੂਏਸ਼ਨ ਲੈਵਲ ਦੀ ਕਿਸੇ ਫੀਲਡ 'ਚ ਵੀ ਉਹਦੀ ਹੋਵੇ, ਜੀ 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 ਪੜ੍ਹਾਈ ਕੀਤੀ ਹੋਵੇ। ਜੀ ਜੀ ਘੱਟ ਤੋਂ ਘੱਟ ਕੁਆਲੀਫਿਕੇਸ਼ਨ ਤਾਂ ਸਿਰਫ ਇੰਨੀ ਹੈ। ਅੱਛਾ ਜੀ ਲੇਕਿਨ ਉਹ ਜਿਹੜਾ ਟੈਸਟ ਹੈ ਜੀ ਉਹ ਆਪਣੇ ਆਪ 'ਚ ਫਿਰ ਉਹ ਤਾਂ ਕਿਉਂਕਿ ਪਿਛਲੇ ਸਾਲ ਜਿਹੜੀ ਇਸ ਸਾਲ ਵੀ ਜਿਹੜੀ ਹੋਈ ਆ ਜੀ ਜੀ ਲਗਭਗ 4 ਲੱਖ ਬੜਾ ਬੱਚਿਆਂ ਨੇ ਭਾਇਆ ਸੀ ਬੜਾ ਪ੍ਰੀਲਿਮਿਨਰੀ। ਅੱਛਾ ਜੀ ਅੱਧੇ ਪੀਅਰ ਹੋਏ, 2 ਲੱਖ ਪੀਅਰ ਹੋਏ ਹੋਣਗੇ। ਅੱਛਾ ਜੀ ਅੱਛਾ ਅੱਛਾ ਇਹ 'ਚੋਂ ਕੋਈ 11-12 ਹਜ਼ਾਰ ਬੱਚੇ ਸਟੂਡੈਂਟਸ ਜਾਂ ਕੈਂਡੀਡੇਟਸ ਜੀ ਜੀ ਉਹ ਮੇਨ ਲਈ ਪਾਸ ਕੀਤੇ ਜਾਣਗੇ। ਪਾਸ ਕੀਤੇ ਜਾਣਗੇ। ਉਹ 10-12 ਹਜ਼ਾਰ ਬੱਚੇ ਜਿਹੜੇ ਆ ਮੇਨ ਲਈ ਬੈਠਣਗੇ। ਜੀ ਜੀ ਫਿਰ ਉਹ 'ਚੋਂ ਇੰਟਰਵਿਊ ਲਈ 2-2.5 ਹਜ਼ਾਰ ਕੱਢੇ ਜਾਣਗੇ, ਉਹਨਾਂ ਦਾ ਇੰਟਰਵਿਊ ਹੋਏਗਾ। मतलब ये कोई सौखा फील्ड नहीं है। मुझे जी, लगता है ਇਹਦੀ ਤਿਆਰੀ ਦੇ ਵਾਸਤੇ ਮੰਨ ਲਓ ਜੇ ਤੁਸੀਂ ਕੋਈ ਆਫੀਸਰ ਵੀ ਬਣਨਾ ਆ ਤੇ ਮੇਰਾ ਤਾਂ ਸਗੋਂ ਕਈ ਵਾਰੀ ਸਿਧਾਂਤਿਕ ਗੱਲਾਂ ਵੀ ਅਸੀਂ ਇਹ ਕਰੀ ਦੀਆਂ ਆ ਕਿ ਇੱਕ DC ਨੂੰ ਸਾਰੀਆਂ ਪਾਵਰਾਂ ਦੇ ਦਿੱਤੀਆਂ ਆ। 35 32 30 ਸਾਲ ਦਾ ਬੰਦਾ DC ਬਣ ਕੇ ਆ ਗਿਆ ਆ। ਪੂਰੇ ਡਿਸਟ੍ਰਿਕਟ ਨੂੰ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਉਹਦੇ ਵਿੱਚ ਹੈਲਥ ਆ, ਉਹਦੇ ਵਿੱਚ ਐਜੂਕੇਸ਼ਨ ਆ, ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਆ, ਉਹਦੇ ਵਿੱਚ ਵਾਤਾਵਰਣ ਟੋਟਲ ਨੂੰ ਕੰਟਰੋਲ ਕਰ ਰਿਹਾ ਹੈ। तो ਇਹਦਾ मतलब ਉਹਦੀ ਇੱਕ ਖਾਸ ਕਿਸਮ ਦੀ ਜਿਹੜੀ ਤਿਆਰੀ ਆ, ਮੈਂਟਲ ਦੀ ਤਿਆਰੀ ਆ,
ਉਹ ਤਿਆਰੀ ਬਾਰੇ ਕੁਝ ਚਾਨਣਾ ਪਾਓ ਤੁਸੀਂ ਜੀ, ਜੀ। ਇਸ ਤਰੀਕੇ ਦੇ ਨਾਲ। ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰਨੀ ਚਾਹਨਾ ਜੀ ਜੀ ਕਿ ਐਡਾ ਆਸਾਨ ਨਹੀਂ ਲੇਕਿਨ ਜੀ। ਐਡਾ ਮੁਸ਼ਕਿਲ ਵੀ ਨਹੀਂ। ਬਿਲਕੁਲ ਬਿਲकुल ਬਿਲकुल। ਮਤਲਬ ਕਿ ਲੋਕੀ ਕਈ ਸੋਚਦੇ ਆ, ਮੈਂ ਜਾਣਦਾ ਕਈ ਬੱਚੇ ਉਹ ਇਹਦੇ ਲਈ ਬੜੇ ਕਾਮਯਾਬ ਨੇ, ਮੈਂ ਉਹਨਾਂ ਨੂੰ ਦੇਖਦਾ ਕਿ ਬਿਲਕੁਲ ਸਿਵਲ ਸਰਵਿਸ ਪਾਸ ਕਰ ਸਕਦਾ ਜੀ ਜੀ ਲੇਕਿਨ ਉਹ ਘਬਰਾਏ ਡਰਾਏ ਇੰਨੇ ਆ, ਉਹਦੇ ਲਈ ਕੋਸ਼ਿਸ਼ ਨਹੀਂ ਕਰਦੇ। ਔਰ ਜਿਨ੍ਹਾਂ ਚੀਜ਼ਾਂ ਲਈ ਕੋਸ਼ਿਸ਼ ਕਰਦੇ ਕਈ ਵਾਰ ਸ਼ਾਇਦ ਉਹ ਤੋਂ ਵੀ ਆਸਾਨ ਹੋਵੇ। ਜੀ ਕਹਿੰਦੇ ਆ ਨਾ ਟੌਪ ਤੇ ਭੀੜ ਹਮੇਸ਼ਾ ਘੱਟ ਹੁੰਦੀ ਆ। ਜੀ 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 ਕਈ ਬੱਚੇ ਉੱਥੇ ਤੱਕ ਸੋਚ ਕੇ ਨਹੀਂ ਛੋਟੇ ਮੋਟੇ ਇਮਤਿਹਾਨਾਂ 'ਚ ਪੈ ਜਾਂਦੇ ਨੇ। ਇਦਾਂ ਦੀ ਗੱਲ ਵੀ ਨਹੀਂ। ਬੰਦੇ ਨੂੰ ਹਮੇਸ਼ਾ ਇਹ ਸੋਚਣਾ ਚਾਹੀਦਾ ਜੀ, ਜੀ। ਕਿ ਜਿਹੜਾ ਬੰਦਾ ਸਿਲੈਕਟ ਹੋਇਆ ਜੀ ਕਿ ਆ ਉਹ 'ਚ ਕੋਈ ਐਕਸਟਰਾ ਆਰਡੀਨਰੀ ਚੀਜ਼ ਆ, ਹਾਂ ਕਿ ਉਹਦੇ 2 ਸਿੰਗ ਲੱਗੇ ਆ, ਜਾਂ ਉਹਨੂੰ ਕੋਈ ਰੱਬ ਨੇ ਕੋਈ 2 ਦਿਮਾਗ ਲਗਾਤੇ ਆ। ਜੀ 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 ਬੰਦੇ ਨੂੰ ਇਹ ਸੋਚਣਾ ਚਾਹੀਦਾ ਤਕਰੀਬਨ ਸਭ ਅਸੀਂ ਇੱਕੋ ਜਿਹੇ ਆ। ਬਿਲਕੁਲ ਬਿਲकुल। ਇਹ 'ਚ ਤਾਂ ਸਿਰਫ ਇੱਕ ਲਗਨ, ਮਿਹਨਤ ਔਰ ਥੋੜਾ ਜਿਹਾ ਕਿਸਮਤ ਆ ਹੀ ਜਾਂਦੀ ਆ। ਜੀ ਜੀ ਉਹ ਵਾਲੀ ਗੱਲ ਆ। ਜੀ ਜੇ ਸੱਚੇ ਦਿਲ ਨਾਲ ਬੰਦਾ ਕੋਸ਼ਿਸ਼ ਕਰੇ ਜੀ, ਤੇ ਜੀ। ਲੋਕੀ ਚੰਦ ਤੇ ਪਹੁੰਚ ਗਏ ਤਾਂ ਇੱਥੇ ਜ਼ਮੀਨ ਤੇ ਹੀ ਆ। ਬਿਲकुल 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 ਬਿਲकुल। ਤੇ ਐਡਾ ਮੁਸ਼ਕਿਲ ਕਿਸ ਤਰੀਕੇ ਨਾਲ ਤਿਆਰੀ ਕਰੇ ਆਪਣੀ ਜੀ, ਇਹ ਜੀ। ਸਾਰੇ ਐਗਜ਼ਾਮ ਦੀ? ਉਹ ਜਨਰਲ ਨੌਲੇਜ ਦੀਆਂ ਕਿਤਾਬਾਂ ਬਿਲਕੁਲ। ਪੜ੍ਹੇ ਜਾਂ ਕਿਹੜਾ ਤਰੀਕਾ ਹੋ ਸਕਦਾ, ਉਹ ਕਿਹੜਾ ਮੈਥਡ ਅਪਣਾਵੇ ਜੀ, ਜੀ, ਮੈਂ- ਜਿਹੜਾ ਉਹਦਾ ਰਾਹ ਥੋੜਾ ਜਿਹਾ ਸੌਖਾ ਹੋ ਜਾਵੇ? ਜੀ ਜੀ ਮੈਂ ਉਹ ਵੀ ਦੱਸਾਂ ਜੀ, ਜੀ। ਨਾਲ। ਮੈਂ ਇੱਕ ਚੀਜ਼ ਪਹਿਲਾਂ ਹੋਰ ਕਲੀਅਰ ਕਰ ਦਵਾਂ ਜੀ ਕਿ ਸਿਵਲ ਸਰਵਿਸ ਦੇ ਵਿੱਚ ਰਿਐਲਿਟੀ ਇਹ ਆ ਜੀ ਕਿ 9-950 ਜਾਂ 1000 ਦੇ ਕਰੀਬ ਵੈਕੈਂਸੀ ਹੁੰਦੀਆਂ ਟੋਟਲ, ਜੀ ਜੀ ਜਿਹਦੇ ਲਈ ਮੈਂ ਤੁਹਾਨੂੰ ਦੱਸਿਆ 4 ਲੱਖ ਬੰਦਾ ਫਾਰਮ ਭਰਦਾ, 2 ਲੱਖ ਪ੍ਰੀਲਿਮਿਨਰੀ ਚ ਬੈਠਦਾ। ਨੈਚੁਰਲੀ। ਮੈਂ ਇਹ ਚਾਹਨਾ ਕਿ ਜਿਹੜਾ ਬੱਚਾ ਵੀ ਇਹਦੇ ਲਈ ਤਿਆਰ ਕਰੇ, ਜੀ ਜੇ ਕਿਸੇ ਦਾ ਨਿਸ਼ਚੈ ਹੈ ਕਿ ਇਹ ਚਾਹਣਾ ਆਣਾ ਨਹੀਂ ਤਾਂ ਨਹੀਂ ਆਣਾ, ਨਹੀਂ ਆਉਣਾ। ਉਹ ਗੱਲ ਲੱਗਾ। ਬਿਲਕੁਲ। ਵਰਨਾ ਉਹਨੂੰ ਪਲਾਨ ਬੀ ਵੀ ਰੱਖਣਾ ਚਾਹੀਦਾ। ਜੀ, ਤਾਂ ਕਿ ਆਪਣੀ ਜ਼ਿੰਦਗੀ ਨੂੰ ਕਿਸੇ ਲੀਹੇ ਪਾ ਸਕੇ। ਇਹ ਨਹੀਂ ਕਿ ਜਾਂ ਤਾਂ ਆਈਏਐਸ ਨਹੀਂ ਤਾਂ ਕੁਝ ਵੀ ਨਹੀਂ। ਬਿਲਕੁਲ ਬਿਲकुल 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 ਬਿਲकुल। ਆਰਮੀ ਜਦੋਂ ਵੀ ਲੜਾਈ ਕੀਤੀ ਹੈ ਸੈਕੰਡ ਲਾਈਨ ਆਫ ਡਿਫੈਂਸ ਰੱਖੀ। ਡੈਫੀਨਿਟਲੀ। ਪ੍ਰੋਬੇਸ਼ਨਰੀ ਆਫੀਸਰ ਜਿੱਦਾਂ ਬੈਂਕਾਂ 'ਚ ਆ, ਜੀ ਜੀ ਉਹ 'ਚ ਘੱਟ ਤੋਂ ਘੱਟ 10-15-20 ਹਜ਼ਾਰ ਹਰ ਸਾਲ ਆਉਣ ਵਾਲੇ ਕਈ ਸਾਲ ਤੱਕ ਬੰਦੇ ਪ੍ਰੋਬੇਸ਼ਨਰੀ ਆਫੀਸਰ ਲੈ ਜਾਂਦੇ ਨੇ। ਬਿਲਕੁਲ ਬਿਲਕੁਲ। ਜਦੋਂ ਬੰਦਾ ਤਿਆਰੀ ਕਰੇ ਉਹਦੀ ਤਿਆਰੀ 'ਚ ਵੀ ਨਾਲ ਬਹੁਤ ਨਾਲ ਜ਼ਿਆਦਾ ਸਹਾਇਤਾ ਖਰਚ ਹੋ ਨਹੀਂ। ਜਾਂਦੀ ਹੈ, ਨਾਲ ਸਹਾਇਤਾ ਹੋ ਜਾਂਦੀ ਉਹਨਾਂ ਦੀ। ਏਦਾਂ ਹੀ ਸਟਾਫ ਸਿਲੈਕਸ਼ਨ ਬੋਰਡ ਬਿਲਕੁਲ 3-4-5 ਹਜ਼ਾਰ ਬੰਦਾ ਹਰ ਸਾਲ ਭਰਤੀ ਕਰਦੇ ਨੇ। ਜੀ 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 ਇੰਸਪੈਕਟਰ, ਸੈਕਸ਼ਨ ਆਫੀਸਰ, ਕਸਟਮ ਇੰਸਪੈਕਟਰ, ਇਨਕਮ ਟੈਕਸ ਜੀ ਜੀ ਇੰਸਪੈਕਟਰ, ਜੀ 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 ਉਹ ਵੀ ਇਮਤਿਹਾਨ ਬੜਾ ਸੁੱਚਾ ਇਮਤਿਹਾਨ ਆ, ਬੜੀ ਮਿਹਨਤ ਨਾਲ। ਹੂੰ। ਤੇ ਕਿਉਂ ਨਾ ਇੱਕ ਚੀਜ਼ ਦੀ ਬਜਾਏ ਜੀ ਜੀ ਉਸੇ ਨਾਲ ਅਸੀਂ ਮਲਟੀਪਰਪਸ ਤਿਆਰੀ। ਬਿਲਕੁਲ ਬਿਲकुल ਬਿਲकुल। ਪਹਿਲੀ ਗੱਲ ਤਾਂ ਹੈ। ਬਿਲकुल ਠੀਕ ਹੈ। ਦੂਜੀ ਗੱਲ ਇਹ ਆ, ਇਹ ਇਮਤਿਹਾਨ ਲੇਕਿਨ ਬਾਕੀ ਇਮਤਿਹਾਨਾਂ ਤੋਂ ਥੋੜਾ ਜਿਹਾ ਫਰਕ ਆ। ਅੱਛਾ ਜੀ। ਜਿਹੜਾ ਅਸੀਂ BA MA ਜਾਂ PhD ਜਾਂ ਕੋਈ ਪੜ੍ਹਾਈ ਕਰਦੇ ਆ, ਇੰਜੀਨੀਅਰਿੰਗ ਦੀ ਪੜ੍ਹਾਈ ਕਰਦੇ ਆ, ਜੀ 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 ਉਹ ਹੋ ਸਕਦਾ ਕੁਝ ਇਮਤਿਹਾਨ ਕੱਲੀ ਤਿਆਰੀ ਔਰ ਮਿਹਨਤ ਨਾਲ ਬੰਦਾ ਕਰ ਸਕੇ, ਜੀ ਲੇਕਿਨ ਸਿਵਲ ਸਰਵਿਸ ਇਮਤਿਹਾਨ ਦਾ ਜਿਹੜਾ ਪੇਪਰ ਦੀ ਸੈਟਿੰਗ ਆ, ਇੰਟਰਵਿਊ ਆ, ਜੀ। ਉਹ ਇਸ ਤਰੀਕੇ ਦਾ ਕਿ ਜਿਸ ਬੰਦਾ ਉਹਦੇ ਲਾਇਕ ਉਹੀ ਜਾ ਸਕਦਾ, ਜੀ। ਕੱਲੀ ਮਿਹਨਤ ਦੇ ਸਾਰੇ ਨਹੀਂ ਹੋ ਸਕਦਾ। ਬਿਲਕੁਲ ਬੰਦੇ ਨੂੰ ਆਪਣਾ ਐਪਟੀਟਿਊਡ ਆਪਣਾ ਦੇਖਣਾ ਚਾਹੀਦਾ, ਪੋਟੈਂਸ਼ੀਅਲ, ਜੀ। ਤਾਂ ਕਿ ਮਿਹਨਤ ਟਾਈਮ ਕੀਮਤੀ ਬਰਬਾਦ ਨਾ ਹੋਵੇ। ਬਿਲकुल। ਇਹਦੇ ਲਈ ਆਸ-ਪਾਸ ਦੀ ਚੀਜ਼ਾਂ ਜੈਨੂਇਨ ਇੰਟਰਸਟ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਠੀਕ ਹੈ। ਦੁਨੀਆ 'ਚ ਕੀ ਹੋ ਰਿਹਾ, ਬਿਲਕੁਲ ਮਤਲਬ ਕ੍ਰਿਕਟ IPL ਨਹੀਂ ਮੈਂ ਕਹਿ ਰਿਹਾ, ਹਾਂ ਇਹ ਵੀ ਹੋ ਸਕਦਾ 1% ਹੋਵੇ, ਬਿਲकुल। ਲੇਕਿਨ ਇਹੀ ਸਭ ਕੁਝ ਨਹੀਂ ਹੈ। ਹਾਂ ਜਾਂ ਪੰਜਾਬ ਦੀ ਪੋਲਿਟਿਕਸ ਜਾਂ ਲੋਕਲ ਪੋਲਿਟਿਕਸ ਕੀ ਹੋ ਰਿਹਾ, ਜੀ ਜੀ ਉਹਦੀ ਬਜਾਏ ਦੇਸ਼ 'ਚ ਡਿਵੈਲਪਮੈਂਟ ਕੀ ਹੋ ਰਹੀ ਹੈ, ਬਿਲਕੁਲ ਬਿਲकुल ਦੇਸ਼ ਦੇ ਸਾਹਮਣੇ ਸਮੱਸਿਆਵਾਂ ਕੀ ਆ, ਬਿਲकुल ਦੁਨੀਆ ਦੇ ਸਾਹਮਣੇ ਸਮੱਸਿਆਵਾਂ ਕੀ ਆ, ਕਰੰਟ ਟੌਪਿਕਸ ਜੀ ਜੀ ਜਿਹੜੀ ਅੱਜ ਦੀ ਜੀ ਉਹ 'ਚ ਇੰਟਰਸਟ ਇੱਕ ਜੈਨੂਇਨ ਹੋਣਾ ਚਾਹੀਦਾ। ਜੀ ਲੇਕਿਨ ਜੇ ਨਹੀਂ ਸੀਗਾ, ਜਿਹੜੇ ਅੱਜ ਬੱਚੇ ਜੇ 10ਵੀਂ 11ਵੀਂ 12ਵੀਂ ਚ ਬੱਚਾ ਪੜਦਾ, 8ਵੀਂ 9ਵੀਂ ਚ ਵੀ ਪੜਦਾ, ਜੀ ਜੀ ਜਾਂ BA ਪੜ ਰਿਹਾ ਜਾਂ BSc ਪੜ ਰਿਹਾ, ਜੀ ਉਹਨੇ ਕੱਲ ਨੂੰ ਸਾਲ 2 ਸਾਲ 4 ਸਾਲ ਬਾਅਦ ਦੇਣਾ, ਬਿਲਕੁਲ। ਉਹ ਹੁਣ ਵੀ ਕਰ ਸਕਦਾ। ਬਿਲकुल ਬਿਲकुल ਕੋਈ ਇਹ ਨਹੀਂ ਗੱਡੀ ਨਿਕਲ ਗਈ ਤਾਂ ਗਿਆ, ਬਿਲकुल ਬਿਲकुल। ਹਾਲੇ ਇਮਤਿਹਾਨ ਉਹਨੇ ਸਾਲ 2 ਸਾਲ 4 ਸਾਲ ਬਾਅਦ ਦੇਣਾ। ਜੀ ਤੇ ਉਹਨੂੰ ਇੱਕ ਅਖਬਾਰ, ਹੂੰ। ਇੱਕ ਲੋਕਲ, ਇੱਕ ਨੈਸ਼ਨਲ, ਅੱਛਾ ਜੀ ਇਹ ਪੜਨਾ ਬਹੁਤ ਜ਼ਰੂਰੀ ਹੈ ਜੀ। ਇੰਟਰਸਟ ਦੇ ਨਾਲ। ਜੀ 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 ਉਹ ਜਿਹੜੀ ਝਗੜੇ ਦੀ ਪੋਲਿਟਿਕਸ ਨੂੰ ਛੱਡ ਕੇ ਜੀ 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 ਕਿ ਕੌਣ ਕਿਸੇ ਪਾਰਟੀ ਚ ਅੱਗੇ ਆ ਗਿਆ ਕੌਣ ਤੇ ਕਿਤੇ। ਫਲਾਨਾ, ਇਹ ਪਾਰਟੀ ਪੋਲਿਟਿਕਸ ਜਿਹੜੀ ਛੋਟੀ ਝਗੜੇ ਵਾਲੀ ਪੋਲਿਟਿਕਸ ਨੂੰ ਛੱਡ ਜੀ, ਕੇ ਜੀ, ਜੀ। ਜਿਹੜੀ ਦੇਸ਼ ਦੇ ਮਤਲਬ ਦੀ ਚੀਜ਼ ਹੈ, ਜੀ, ਜੀ। ਜਿਹੜੀ ਸਮਾਜ ਨੂੰ ਪ੍ਰਭਾਵਿਤ ਕਰਦੀ, ਉਹਨਾਂ ਚੀਜ਼ਾਂ 'ਚ ਬੰਦੇ ਦਾ ਇੰਟਰਸਟ ਹੋਣਾ ਚਾਹੀਦਾ। ਬਿਲਕੁਲ ਬਿਲकुल ਬਿਲकुਲ ਔਰ ਨਹੀਂ ਤਾਂ ਹੌਲੀ ਹੌਲੀ ਡਿਵੈਲਪ ਕਰੇ ਉਹਨੂੰ। ਬਿਲकुल। ਜਾਨੀ ਉਹਨੇ ਦੇਸ਼ ਨੂੰ ਜੇ ਸੰਭਾਲਣਾ ਹੈ ਤਾਂ ਉਹ ਦੇਸ਼ ਦੇ ਵਿੱਚੋਂ ਗਹਿ ਗੱਚ ਹੋ ਕੇ ਲੰਘੇ, ਜੀ ਜੀ ਉਹਦੇ ਅੰਦਰ ਆਪਣੇ ਅੰਦਰ ਇੱਕ ਪੈਦਾ ਕਰੇ ਕਿ ਮੈਂ ਦੇਸ਼ ਵਾਸਤੇ ਜੀ, ਕੁਝ ਜੀ। ਕਰਨਾ ਹੈ, ਤੇ ਉਹ ਹੈ ਕੀ, ਜਿਸ ਦੇਸ਼ ਲਈ ਕਰਨਾ ਆ, ਜਿਸ ਜੀ, ਜੀ। ਸਮਾਜ ਲਈ ਕਰਨਾ ਆ, ਜੀ, ਜੀ। ਜਿਨ੍ਹਾਂ ਲੋਕਾਂ ਲਈ ਕਰਨਾ, ਉਹਨਾਂ ਦੇ ਮਸਲੇ ਕੀ ਆ, ਉਹ ਡਿਵੈਲਪ ਕਿੰਨਾ ਕੁ ਕਰ ਗਏ ਆ, ਉਹ ਜੀ ਹਾਂ। ਐਜੂਕੇਸ਼ਨ 'ਚ ਕਿੱਥੇ ਚਲੇ ਗਏ ਆ, ਯਾਨੀ ਆਲ ਓਵਰ ਉਹਦਾ ਜਾਗਦੇ ਰਹਿਣਾ ਬਿਲਕੁਲ। ਬਹੁਤ ਜ਼ਰੂਰੀ ਆ। ਸਹੀ ਪਕੜਿਆ point। ਔਰ ਉਹਦੇ ਲਈ ਤੁਸੀਂ ਦੱਸਿਆ ਕਿ ਉਹ ਅਖਬਾਰ ਜ਼ਰੂਰ ਪੜ੍ਹੇ, ਅਖਬਾਰ ਕੋਈ ਅੱਛਾ ਲੋਕਲ ਵੀ magazine। ਪੜ੍ਹੇ, ਲੋਕਲ ਹਾਂ, ਅੱਛਾ ਅੱਛਾ ਮੈਗਜ਼ੀਨ। ਅਖਬਾਰ, ਅੱਛਾ ਮੈਗਜ਼ੀਨ, ਅੱਛੀ ਕਿਤਾਬਾਂ। ਜੀ
ਔਰ ਜੇ ਕੋਈ ਬੱਚਾ ਕਹੇ ਪੜ੍ਹਾਈ ਦੇ ਇਲਾਵਾ ਟਾਈਮ ਨਹੀਂ ਮਿਲਦਾ, ਇਦਾਂ ਦੀ ਗੱਲ ਨਹੀਂ। ਅੱਛਾ ਜੀ। ਟਾਈਮ ਨੂੰ ਪਲਾਨਿੰਗ ਕਰਕੇ ਅਸੀਂ ਹਰ ਚੀਜ਼ ਲਈ ਟਾਈਮ ਕੱਢ ਸਕਦੇ ਹਾਂ। ਹੂੰ ਸਰੀਰ ਲਈ ਵੀ ਥੋੜਾ 10-15 ਮਿੰਟ ਅੱਧਾ ਘੰਟਾ ਰੋਜ਼ ਖੇਲਣਾ, ਐਕਸਰਸਾਈਜ਼ ਉਹ ਵੀ ਹੋਣੀ ਚਾਹੀਦੀ ਆ। ਬਿਲਕੁਲ ਬਿਲकुल। ਜੇ ਕੋਈ ਬੱਚਾ ਕਵੇ ਕਿ ਮੈਂ ਇਕੱਲਾ 24 ਘੰਟੇ ਪੜ੍ਹ ਕੇ ਕਰ ਸਕਦਾ, ਬਿਮਾਰ ਜੀ। ਸਰੀਰ ਨੇ ਕੀ ਪੜ੍ਹਾਈ ਕਰਨੀ। ਬਿਲकुल, ਉਹਨੇ ਕਹਾ ਸੇਵਾ ਕੀ ਕਰਨੀ। ਚੁਸਤ ਫੁੱਤ ਦਿਮਾਗ ਬਹੁਤ- ਰੱਖਣ ਲਈ ਬਹੁਤ ਅੱਛਾ। ਖੇਲਣਾ ਵੀ ਜ਼ਰੂਰੀ ਹੈ, ਜਨਰਲ ਨੌਲੇਜ ਵੱਲ ਵੀ ਧਿਆਨ ਦੇਣਾ ਜ਼ਰੂਰੀ, ਆਪਣੀ ਪੜ੍ਹਾਈ ਵੱਲ ਵੀ ਧਿਆਨ ਦੇਣਾ ਜ਼ਰੂਰੀ। ਜੀ 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 ਇਹ ਜਿਹੜੇ ਪੇਪਰ ਜਿੰਨੇ ਲਿੱਤੇ ਜਾਂਦੇ ਆ, ਉਹ ਜੋ ਸਬਜੈਕਟ ਇਦਾਂ ਦੇ ਪੋਲੀਟੀਕਲ ਸਾਇੰਸ, ਜੀ ਹਿਸਟਰੀ, ਜੀ। ਤੇ ਉਹਨਾਂ ਨੇ ਕਲੈਕਟਰ ਤੋਂ ਬੈਠ ਕੇ ਹਿਸਟਰੀ ਨਹੀਂ ਲਿਖਵਾਉਣੀ, ਹਾਂ ਜਾਂ ਕਮਿਸ਼ਨਰ ਕਸਟਮ ਤੋਂ ਬੈਠ ਕੇ ਕੋਈ ਇੰਜੀਨੀਅਰਿੰਗ ਦਾ ਸਬਜੈਕਟ ਆ ਤੇ ਉਹਨਾਂ ਨੇ ਸਟੈਟਿਸਟਿਕਸ ਸੋਲਵ ਨਹੀਂ ਕਰਾਣੇ ਉੱਤੋਂ ਕੋਈ। ਹਾਂ 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 ਇਹ ਤਾਂ ਸਿਰਫ ਇੱਕ ਤੁਹਾਡਾ ਇੰਟੈਲੀਜੈਂਸ ਟੈਸਟ ਕਰ ਲਈ ਕਿ ਬੰਦਾ ਇੱਕ ਚੀਜ਼ ਨੂੰ ਪੜ੍ਹ ਕੇ ਸਮਝ ਸਕਦਾ ਕਿ ਨਹੀਂ ਸਮਝ ਨਹੀਂ ਸਕਦਾ। ਸਮਝ ਸਕਦਾ। ਬਾਕੀ ਤਾਂ ਉਹਨਾਂ ਨੇ ਟ੍ਰੇਨਿੰਗ ਵੀ ਦੇਣੀ ਆ, ਤੇ ਉਹਦੇ ਲਈ ਇੱਕ ਤਾਂ ਜਨਰਲ ਇੰਟਰਸਟ ਹੋਵੇ, ਜੀ ਜੀ। ਔਰ ਅੰਗਰੇਜ਼ੀ ਦੀ ਵੀ ਕੁਝ ਇੰਪੋਰਟੈਂਸ ਹੈ। ਵੈਸੇ ਤਾਂ ਪੇਪਰ ਦੂਜੀ ਭਾਸ਼ਾਵਾਂ ਦੇਣ ਦੀ ਚੁਆਇਸ ਹੈ, ਉਹਦੇ 'ਚ ਕੁਝ ਸ਼ਰਤਾਂ ਕਰਤੀਆਂ ਉਹਨਾਂ ਨੇ, ਹਾਂਜੀ 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 ਹਾਂਜੀ। ਲੇਕਿਨ ਅੰਗਰੇਜ਼ੀ ਦਾ ਤਾਂ ਵੀ ਇੱਕ ਪੇਪਰ ਆ, ਜੀ ਉਹ 'ਚ ਐਸੇ ਕੰਪਰੀਹੈਂਸ਼ਨ ਵਗੈਰਾ, ਥੋੜੀ ਜਿਹੀ ਅੰਗਰੇਜ਼ੀ, ਜੀ ਜੀ ਜਨਰਲ ਨੌਲੇਜ, ਜੀ। ਔਰ ਜਿਹੜਾ ਸਬਜੈਕਟ ਦੇਣਾ ਉਹਦੀ ਤਿਆਰੀ ਤਾਂ ਕਰੇਗਾ ਹੀ, ਬਿਲकुल ਬਿਲकुल। ਲੇਕਿਨ ਉਹ ਬਾਅਦ 'ਚ ਆਏਗਾ। ਪ੍ਰੀਲਿਮਿਨਰੀ 'ਚ ਪਹਿਲਾਂ ਇੱਕ ਸਬਜੈਕਟ ਹੁੰਦੇ ਸੀਗੇ ਆਪਸ਼ਨਲ, ਜੀ। ਉਹ ਸਬਜੈਕਟ ਉਹਨਾਂ ਹਟਾ ਦਿੱਤੇ। ਅੱਛਾ ਜੀ। ਹੁਣ ਪ੍ਰੀਲਿਮਿਨਰੀ 'ਚ ਸਿਰਫ ਜਨਰਲ ਸਟੱਡੀਜ਼ ਦੇ ਪੇਪਰ ਨੇ, ਜੀ। ਜਨਰਲ ਸਟੱਡੀਜ਼ ਐਂਡ ਐਪਟੀਟਿਊਡ, ਇਹਦਾ ਨਾਮ ਹੈ ਸੀ ਸੈਟ ਅੱਛਾ ਜੀ। ਅੱਛਾ ਅੱਛਾ ਜੀ। ਤੇ ਉਹਦੇ 'ਚ ਸਟੱਡੀਜ਼, ਜਨਰਲ ਸਟੱਡੀਜ਼ ਔਰ ਐਪਟੀਟਿਊਡ ਦਾ ਟੈਸਟ ਹੈ। ਅੱਛਾ ਜੀ। ਤੁਹਾਡਾ ਐਪਟੀਟਿਊਡ ਦੇਖਦੇ, ਉਹ 'ਚ ਰੀਜ਼ਨਿੰਗ ਆ ਜਾਂਦੀ ਹੈ, ਲੌਜੀਕਲ ਥਿੰਕਿੰਗ ਆ ਜਾਂਦੀ ਹੈ। ਹਾਂ, ਮੈਂ ਉਹੀ ਚਾਹੁੰਦਾ ਸੀਗਾ ਕਿ ਤੁਸੀਂ ਇਹਨੂੰ ਥੋੜਾ ਡਿਟੇਲ ਚ ਦੱਸੋ ਜੀ, ਜੀ, ਜੀ। ਕਿ ਵਿਦਿਆਰਥੀ ਇਹਦੀ ਤਿਆਰੀ ਕਿਵੇਂ ਕਰੇ, ਆਪਣੇ ਆਪ ਨੂੰ ਪ੍ਰਪੇਅਰ ਕਿਵੇਂ ਕਰੇ, ਉਹਦੇ ਜੀ, ਵਿੱਚ ਜੀ। ਕੀ ਕੀ ਆਉਂਦਾ ਹੈ, ਉਹਦੀ ਇੱਕ ਇੱਕ ਨੁਕਤੇ ਦੇ ਉੱਤੇ ਜੇ ਤੁਸੀਂ ਗੱਲ ਕਰੋ ਜੀ ਹਾਂ, ਤਾਂ। ਦੇਖੋ ਉਹਦੇ 'ਚ ਜਿਹੜੀ ਇਹ ਜਨਰਲ ਨੌਲੇਜ ਵਗੈਰਾ ਟੈਸਟ ਕੀਤੀ ਜਾਂਦੀ ਹੈ, ਉਹ ਕੋਈ ਬਹੁਤ ਹਾਈ ਲੈਵਲ ਦੀ ਨਹੀਂ ਕੀਤੀ ਜਾਂਦੀ, ਜੀ ਉਹ ਬੇਸਿਕ ਫੰਡਾਮੈਂਟਲ ਜੀ। ਕੀਤੀ ਜਾਂਦੀ। ਜਿੱਦਾਂ ਅਸੀਂ ਆਪਣੇ ਵੇਲੇ 7ਵੀਂ 8ਵੀਂ ਪੜ੍ਹਦੇ ਸੀਗੇ ਕਿ ਕਿਸੇ ਦੇਸ਼ 'ਚ ਮਾਨਸੂਨ ਜਿਹੜੀ ਆ ਜਾਂ ਵਰਸ਼ਾ ਜਿਹੜੀ ਆ ਉਹ ਕਿਹਨਾਂ ਚੀਜ਼ਾਂ ਤੇ ਆ ਨਿਰਭਰ ਕਰਦਾ। ਕਿਸੇ ਦੇਸ਼ ਦਾ ਜਗ੍ਹਾ ਦਾ ਜਲਵਾਯੂ ਕਿਹਨਾਂ ਚੀਜ਼ਾਂ ਤੇ ਨਿਰਭਰ ਆ। ਬਿਲਕੁਲ ਬਿਲਕੁਲ। ਬੇਸਿਕ ਚੀਜ਼ਾਂ ਨੇ, ਜੀ। ਯਾਨੀ ਕਿ ਉਹਦੇ ਲਈ ਜਿਹੜੀਆਂ ਇਹ ਸੈਂਟਰ ਸਕੂਲ 'ਚ ਲੱਗਦੀਆਂ ਨਾ CBSE ਦੇ ਸਿਲੇਬਸ ਦੀਆਂ, ਜੀ ਜੀ ਜੀ। 10ਵੀਂ ਲੈਵਲ ਦੀਆਂ ਕਿਤਾਬਾਂ ਕੁਝ ਸਬਜੈਕਟ ਦੀਆਂ ਜਿਹੜੇ ਟੌਪਿਕ ਦਿੱਤੇ ਦੇ ਨੇ, ਅੱਛਾ ਜੀ। ਹਿਸਟਰੀ, ਇੰਡੀਅਨ ਕਲਚਰ, ਜੀ ਜੀ। ਫਰੀडम ਮੂਵਮੈਂਟ, ਹਾਂ। ਇਹਨਾਂ ਚੀਜ਼ਾਂ ਤੇ ਉਸ ਲੈਵਲ ਦੀ ਕਿਤਾਬਾਂ ਦੇ ਟੌਪਿਕਸ ਪੜ੍ਹੇ। ਅੱਛਾ ਜੀ। ਔਰ ਵੈਸੇ ਜਿਹੜਾ ਬੰਦਾ 2-3-4 ਸਾਲ ਅਖਬਾਰ ਵਗੈਰਾ ਧਿਆਨ ਨਾਲ ਪੜ੍ਹਦਾ, ਜੀ, ਜੀ। ਉਹਦੇ 'ਚ ਇਹ ਕਾਫੀ ਹਿੱਸਾ ਆ ਕਵਰ ਵੈਸੇ ਹੀ ਕਵਰ ਕਿਸੇ ਨਾ ਕਿਸੇ ਫਾਰਮ 'ਚ ਹੋ ਜਾਂਦਾ। ਕਿਸੇ ਦਾ ਜਨਮ ਦਿਨ ਆਉਂਦਾ, ਉੱਤੇ ਆ ਲਿਖਿਆ ਆਏਗਾ। ਹਾਂਜੀ ਹਾਂ। ਕੱਲ ਜਿੱਦਾਂ ਰਾਮ ਪ੍ਰਸਾਦ ਬਿਸਮਿਲ ਦਾ ਜਨਮ ਦਿਨ ਸੀਗਾ, ਹਾਂਜੀ, ਹਾਂਜੀ। ਮੈਨੂੰ ਪਤਾ ਨਹੀਂ ਅੱਜ ਦੀ ਜਨਰੇਸ਼ਨ 'ਚ ਕਿੰਨੇ ਬੱਚਿਆਂ ਨੂੰ ਪਤਾ ਵੀ ਆ। ਕੱਲ ਮਹਾਰਾਣਾ ਪ੍ਰਤਾਪ ਦਾ ਜਨਮ ਦਿਨ ਸੀ, ਕੀ ਬਾਤ ਹੈ। ਤੇ ਇਹ ਕਿੰਨੇ ਬੰਦਿਆਂ ਨੂੰ ਇਹ ਪਤਾ ਸੀ ਜਾਂ ਨਹੀਂ ਪਤਾ। ਇਹ ਚੀਜ਼ਾਂ ਅਖਬਾਰਾਂ 'ਚ ਇਦਾਂ ਮੀਡੀਆ 'ਚ ਆਉਂਦੀਆਂ ਆਂਦੀ ਨੇ। ਆਂਦੀ ਟਾਈਮ ਬਿਲਕੁਲ ਬਿਲकुल ਬਿਲकुल। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਗਾਣੇ ਨਾ ਸੁਣੋ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਫਿਲਮਾਂ ਨਾ ਦੇਖੋ ਜਾਂ ਕ੍ਰਿਕਟ ਨਾ ਦੇਖੋ, ਇਹ ਦੇਖੋ, ਲੇਕਿਨ ਆਪਣੀ ਮੰਜ਼ਿਲ ਵੀ ਧਿਆਨ ਰੱਖੋ ਕਿ ਮੈਨੂੰ ਕੀ ਚਾਹੀਦਾ। ਜੀ ਜੀ। ਉਹ ਚੀਜ਼ ਜੇ ਤੁਸੀਂ ਅਖਬਾਰ ਉਸ ਨਿਗਾਹ ਨਾਲ ਦੇਖੋਗੇ, ਪੜ੍ਹੋਗੇ, ਤੇ ਤੁਹਾਨੂੰ ਆਪਣੀ ਮਨਪਸੰਦ ਦੇ ਟੌਪਿਕ ਦੇ ਬਾਰੇ ਜਾਣਕਾਰੀ ਮਿਲਦੀ ਰਹੇਗੀ। ਆ ਚੀਨ ਦੇ ਪ੍ਰਧਾਨ ਮੰਤਰੀ ਹੁਣੀ ਆਏ ਸੀਗੇ, ਹਾਂਜੀ। ਆ ਪਿਛਲੇ 5-7 ਦਿਨਾਂ 'ਚ ਰੁਪਇਆ ਡਾਲਰ ਦੇ ਮੁਕਾਬਲੇ ਬਹੁਤ ਗਿਰ ਗਿਆ। ਗਿਰ ਗਿਆ। ਔਰ ਇਹ ਜਿਹੜੇ ਮੇਨ ਟ੍ਰੈਂਡ ਹੈ, ਹੁਣ ਦੇਖੋ ਇੱਕ ਇਹਦੇ ਨਾਲ ਹੀ ਜੁੜਿਆ ਹੋਇਆ ਸਰ, ਤੁਹਾਡੀ ਗੱਲ ਵਿੱਚ ਹੀ ਗਿਆ, ਮੈਂ ਹੈਰਾਨ ਹੈ ਕਿ ਰੁਪਇਆ ਗਿਰ ਗਿਆ। ਰੁਪਇਆ ਗਿਰਨ ਨਾਲ ਜਿਹੜੇ ਸਾਡੇ ਬੱਚੇ ਫੋਰਨ 'ਚ ਐਜੂਕੇਸ਼ਨ ਲੈਣ ਗਏ ਹੋਏ ਨੇ, ਉਹਨਾਂ ਨੂੰ ਪੈਸੇ ਦੀ ਇੰਨੀ ਦਿੱਕਤ ਆ ਰਹੀ ਹੈ, ਉਹਨਾਂ ਦੇ ਮਾਪੇ ਇੱਧਰ ਰੌਲਾ ਪਾ ਰਹੇ ਨੇ। ਮਤਲਬ ਇਹ ਹੁਣ ਕਿੱਦਾਂ ਇੱਕ ਲੜੀ ਜੁੜੀ ਹੋਈ ਹੈ। ਜੀ ਹਾਂ ਜੀ ਹਾਂ। ਇਹ ਵਿਦਿਆਰਥੀ ਉਧਰ ਜਿਹੜੀ ਤਿਆਰੀ ਕਰ ਰਹੇ ਨੇ, ਆਪਣੀ ਐਜੂਕੇਸ਼ਨ ਲੈ ਰਹੇ ਨੇ, ਰੁਪਈਆ ਡਿੱਗਣ ਦੇ ਨਾਲ ਡਾਲਰ ਦੀ ਕੀਮਤ ਵੱਧ ਗਈ, ਉਧਰ ਉਹਨਾਂ ਦੀਆਂ ਫੀਸਾਂ ਤਾਰਨੀਆਂ ਉਹਨਾਂ ਵਾਸਤੇ ਹੋਰ ਮੁਸ਼ਕਲ ਹੋ ਗਈਆਂ। ਇਸ ਤਰ੍ਹਾਂ ਦੀਆਂ ਦਿੱਕਤਾਂ। ਇਹਦਾ ਥੋੜਾ ਜਿਹਾ ਬੰਦੇ ਨੂੰ, ਆਮ ਬੰਦੇ ਨੂੰ ਇੰਟਰਸਟ ਹੈ, ਹਾਂ, ਲੇਕਿਨ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਡਿੱਗਿਆ, ਇੰਨਾ ਡਿੱਗਿਆ ਪਹਿਲਾਂ ਇਹ ਪਤਾ ਹੋਵੇ। ਬਿਲਕੁਲ। ਥੋੜਾ 2-3-4 ਮੋਟੇ-ਮੋਟੇ ਕਾਰਨ ਪਤਾ ਹੋਣ ਕਿਉਂ ਡਿੱਗਿਆ। ਜੀ। ਉਹ ਇਹਦਾ ਅਸਰ ਕੀ ਆ। ਬਿਲਕੁਲ। ਜਿੱਦਾਂ ਕਰੂਡ ਆਇਲ ਤੇਜ਼ ਹੋ ਗਿਆ, ਦੇਸ਼ ਸੋਨਾ ਚਾਂਦੀ ਤੇਜ਼ ਹੋ ਜਾਏਗਾ। ਜੀ 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 ਜੀ। ਕੁਝ ਖਾਣ ਪੀਣ ਵਾਲੀ ਚੀਜ਼ਾਂ, ਖਾਣ ਵਾਲੇ ਤੇਲ ਅਸੀਂ ਇੰਪੋਰਟ ਕਰਦੇ ਹਾਂ, ਸ਼ੂਗਰ, ਇਹਨਾਂ ਦੀ ਕੀਮਤਾਂ ਤੇ ਫਰਕ ਪੈਂਦਾ। ਇਹ ਬੰਦੇ ਨੂੰ, ਇੱਕ ਪੜ੍ਹੇ ਲਿਖੇ ਬੰਦੇ ਨੂੰ ਪਤਾ ਹੋਣਾ ਚਾਹੀਦਾ। ਬਿਲਕੁਲ ਠੀਕ ਹੈ ਕਿ ਉਹਨਾਂ ਦੇਸ਼ ਦਾ ਇੱਕ ਜਾਗਰੂਕ ਨਾਗਰਿਕ ਚਾਹੀਦਾ। ਬਿਲਕੁਲ ਬਿਲकुल ਬਿਲकुल ਬਿਲकुल। ਤੇ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਜਨਰਲ ਸਟੱਡੀਜ਼, ਜੀ। ਦੂਜਾ ਮੈਥਮੈਟੀਕਲ ਐਂਡ ਰੀਜ਼ਨਿੰਗ, ਓਕੇ। ਉਹ ਵੀ 10ਵੀਂ ਲੈਵਲ ਦੀ। ਅੱਛਾ ਜੀ। ਬਹੁਤ ਤਗੜਾ ਲੈਵਲ ਆ, ਇਹ ਉਹ ਜਿਹੜੇ ਹਾਈ ਕਲਾਸਿਸ, ਉਹਦਾ ਮਤਲਬ ਨਹੀਂ, ਸਿੰਪਲ ਮੈਥਮੈਟੀਕਲ ਲੌਜਿਕ। ਅੱਛਾ ਜੀ। ਉਹ ਬੰਦੇ ਨੂੰ ਇੱਕ ਪਤਾ ਹੋਣਾ ਚਾਹੀਦਾ, ਜੇ 8 ਤੋਂ ਬਾਅਦ 10 ਆਇਆ, 10 ਤੋਂ ਬਾਅਦ 12 ਆਇਆ, 12 ਤੋਂ ਬਾਅਦ ਕੀ ਆਏਗਾ। ਇੱਕ ਲੌਜੀਕਲ ਮਾਈਂਡ ਹੈ। ਜੀ ਜੀ।
ਤੇ ਇਸ ਲਈ ਬਹੁਤ ਜ਼ਿਆਦਾ ਤਿਆਰੀ ਦੀ ਲੋੜ ਨਹੀਂ, ਉਹ ਲੌਜੀਕਲ ਮਾਈਂਡ ਹੈ ਤਾਂ ਆਪੇ ਹੀ ਕਰੇਗਾ। ਬਿਲਕੁਲ। ਉਹ ਬਹੁਤ ਟੇਢੇ ਚੀਜ਼ਾਂ ਨਹੀਂ ਪੁੱਛਦੇ, ਅੱਛਾ ਜੀ। ਸਿੰਪਲ ਪੁੱਛਦੇ ਨੇ ਤੇ ਦਿਮਾਗ ਨੂੰ ਖਾਲੀ ਰੱਖ ਕੇ ਓਪਨ ਮਾਈਂਡ ਨਾਲ ਅਸੀਂ ਕੁਐਸਚਨ ਨੂੰ ਪੜ੍ਹੀਏ, ਅੱਛਾ ਜੀ, ਉਹਦਾ ਜਵਾਬ ਦਈਏ, ਥੋੜੀ ਸਕਾਰਾਤਮਕ ਪਹੁੰਚ ਰੱਖ ਕੇ। ਜੀ ਜੀ। ਇਹ ਤਾਂ ਪ੍ਰੀਲਿਮਿਨਰੀ ਲਈ ਆ। ਔਰ ਪ੍ਰੀਲਿਮਿਨਰੀ ਲਈ ਤੁਸੀਂ ਦੇਖੋ, ਜੇ 2 ਲੱਖ ਬੱਚਾ ਪਿਆ ਹੋਇਆ 1200 ਪਾਸ ਕਰਨਾ ਤੇ 18 ਜਾਂ 20 ਬੱਚਿਆਂ ਪਿੱਛੇ ਇੱਕ ਪਾਸ ਹੋਇਆ। ਬਿਲਕੁਲ। ਤੇ ਜਿਸ ਬੰਦੇ ਨੇ ਐਡਾ ਕੰਪੀਟੀਸ਼ਨ 18 20 ਚੋਂ ਪਾਰ ਨਹੀਂ ਹੋਊ, ਹਾਂ, ਉਹ ਦੂਰ ਦੇਖੇ ਹੀ ਨਾ। ਬਿਲਕੁਲ। ਮੈਂ 18 ਬੰਦਿਆਂ 'ਚ ਬੈਠ ਕੇ ਇੱਕ ਚੁਣਿਆ ਨਹੀਂ ਜਾ ਸਕਦਾ। ਚੁਣਿਆ ਜਾ ਸਕਦਾ। ਔਰ ਕੱਟ ਆਫ ਜਿਹੜਾ ਮਾਰਕਸ ਆ, ਪਿਛਲੇ ਸਾਲ 400 ਚ ਪ੍ਰੀਲਿਮਿਨਰੀ 209 ਦੇ ਕਰੀਬ ਸ਼ਾਇਦ ਸੀਗੇ। ਅੱਛਾ ਜੀ। ਤੇ ਕਿੰਨੇ ਬਣੇ? 52%। ਬਿਲਕੁਲ। ਆਈਕੀ ਪੇਪਰ ਸੌਖਾ ਸੀ, 26 ਮਈ ਨੂੰ ਹੋਇਆ। ਨਹੀਂ, ਉਹ ਚ ਲੋਕੀ ਅੰਦਾਜ਼ਾ ਲਗਾਏ 215 ਤੋਂ 220। ਅੱਛਾ ਜੀ। 220 ਵਾਲਾ ਪ੍ਰੀਲਿਮਿਨਰੀ ਪਾਰ ਕਰ ਜਾਏਗਾ, 55%। ਤੇ ਜਨਰਲ ਨੌਲੇਜ ਔਰ ਮੈਥਮੈਟਿਕਸ ਰੀਜ਼ਨਿੰਗ ਦੇ ਪੇਪਰ 55% ਲੈਣੇ, ਇੱਕ ਬੰਦਾ ਜਿਹੜਾ ਕਲਾਸ 1 ਟੌਪ ਦੀ ਸਰਵਿਸ ਜਾਣਾ ਚਾਹੁੰਦਾ, ਕੋਈ ਮੁਸ਼ਕਿਲ ਨਹੀਂ ਹੈ। ਬਿਲਕੁਲ 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 ਬਿਲਕੁਲ। ਬੜਾ ਥੋੜਾ ਜਿਹਾ ਆਸਾਨ ਕਰਕੇ ਦੇਖੇ, ਜੇ ਪਹਿਲਾਂ ਹੀ ਹਊਆ ਬਣਾ ਲਵੇ ਪਤਾ ਨਹੀਂ ਕੀ ਆ। ਇਹਦੇ ਤਿਆਰੀ ਦੀ ਲੋੜ ਹੈ, ਡਰਨ ਦੀ ਲੋੜ ਨਹੀਂ ਹੈ। ਅੱਛਾ ਜੀ, ਠੀਕ ਹੈ। ਤੁਹਾਡਾ ਪਹੁੰਚ ਜਿਹੜੀ ਆ ਸਕਾਰਾਤਮਕ ਹੋਣੀ ਚਾਹੀਦੀ ਹੈ। ਮੁਸ਼ਕਿਲ ਦੁਨੀਆ 'ਚ ਕੀ ਆ? ਮੈਂ ਦੇਖਣਾ ਮੈਂ 2000 ਕਿਲੋਮੀਟਰ ਚੱਲਣਾ, ਬਿਲਕੁਲ। ਮੈਂ ਉਹੀ ਤਾਂ 20 ਕਿਲੋਮੀਟਰ ਚੱਲਣਾ, ਬਿਲਕੁਲ। ਮੈਂ 100 ਦਿਨ 'ਚ ਚੱਲਣਾ 2000 ਹੋ ਜੂ। ਬਿਲਕੁਲ ਬਿਲकुल। ਇਹ ਸਭ ਕੈਲਕੂਲੇਸ਼ਨ ਪਲੈਨਿੰਗ। ਬਿਲਕੁਲ। ਕਹਿੰਦੇ ਆ ਕਿ ਈਵਨ ਅ ਬੈਡ ਪਲੈਨਿੰਗ ਇਜ਼ ਬੈਟਰ ਦੈਨ ਨੋ ਪਲੈਨਿੰਗ। ਡੈਫੀਨਿਟਲੀ। ਬਿਲਕੁਲ। ਕੁਝ ਆਪਣੀ ਪਲੈਨਿੰਗ ਕਰੋ। ਬਿਲਕੁਲ ਬਿਲਕੁਲ। ਜਿਹੜਾ ਬੱਚਾ ਅੱਜ ਪੜ੍ਹ ਰਿਹਾ 8ਵੀਂ 9ਵੀਂ 10ਵੀਂ 11ਵੀਂ 12ਵੀਂ, ਜੀ ਜੀ, ਮਾਂ-ਬਾਪ ਧਿਆਨ ਦਿੰਦੇ ਆ, ਕ੍ਰਿਕਟ ਦੇਖਦਾ, ਇਹ ਮੋਬਾਈਲ ਤੇ ਗੱਲ ਕਰ ਰਹੇ ਆ, ਜੀ। ਟਾਈਮ ਵੇਸਟ ਕਰ ਰਹੇ ਆ। ਉਹ ਜੇ ਬੱਚੇ ਨੂੰ ਖੁਦ ਭਾਵਨਾ ਆਉਣੀ ਚਾਹੀਦੀ, ਮੈਂ ਵੱਡਾ ਹੋ ਕੇ ਕੀ ਬਣਨਾ। ਬਿਲਕੁਲ। ਔਰ ਜੇ ਮੈਂ ਬਣਨਾ ਤੇ ਉਹਦੇ ਲਈ ਮੈਨੂੰ ਕੀ ਕਰਨਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ। ਐ ਸਿੰਪਲ। ਔਰ ਜਦੋਂ ਇਹ ਪ੍ਰੀਲਿਮਿਨਰੀ ਟੈਸਟ ਹੋ ਜਾਂਦਾ ਆ, ਉਸ ਤੋਂ ਬਾਅਦ ਫਿਰ ਸਾਡੇ ਵਿਦਿਆਰਥੀ ਨੂੰ ਜਿਹੜਾ ਕੰਪੀਟੀਸ਼ਨ 'ਚ ਜਾਣ ਵਾਸਤੇ ਕਿਸ ਤਰੀਕੇ ਦੀ ਤਿਆਰੀ ਕਰਨੀ ਚਾਹੀਦੀ ਆ, ਉਹਦਾ ਲੈਵਲ ਕਿਹੋ ਜਿਹਾ ਹੋਵੇ, ਉਹਦਾ ਜ਼ਿੰਦਗੀ ਦਾ ਬਿਹੇਵ ਕਿਹੋ ਜਿਹਾ ਹੋਵੇ, ਜ਼ਿੰਦਗੀ ਪ੍ਰਤੀ। ਮੈਨੂੰ ਲੱਗਦਾ ਇਹਦੇ ਵਿੱਚ ਜ਼ਿੰਦਗੀ ਪ੍ਰਤੀ ਬਿਹੇਵੀਅਰ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਉਹ 'ਚ ਪੇਪਰ ਵੀ ਪਾਤਾ ਉਹਨਾਂ ਨੇ, ਮੈਂ ਧਿਆਨ ਰੱਖਿਆ ਜੀ। ਅੱਛਾ ਅੱਛਾ। ਹੁਣ ਜਿਹੜਾ ਸਿਲੇਬਸ ਬਹੁਤ ਬਦਲਦਾ ਗਿਆ। ਅੱਛਾ ਜੀ। ਹੁਣ ਦੇਖੋ, ਇੱਕ ਬੱਚਾ ਜਿਹੜਾ ਇਸ ਲੈਵਲ ਦੇ ਐਗਜ਼ਾਮ ਦੀ ਤਿਆਰੀ ਕਰਦਾ, ਜੀ ਜੀ, ਲੋਕੀ ਬੜੇ ਬੜੇ ਮੋਟੀ ਫੀਸ ਲੈ ਕੇ ਕੋਚਿੰਗ ਇੰਸਟੀਚਿਊਟ ਖੋਲੇ ਨੇ, 5000 10,000 20,000 ਰੁਪਏ ਮਹੀਨਾ ਫੀਸ ਲੈਂਦੇ ਆ, ਕਈ ਲੱਖ 2-2 ਲੱਖ ਲੈਂਦੇ ਆ। ਬਿਲਕੁਲ ਬਿਲਕੁਲ। ਜੇ ਬੱਚਾ ਕਵੇ ਕਿ ਮੈਂ ਇਕੱਲਾ ਇਹ ਕੋਚਿੰਗ ਇੰਸਟੀਚਿਊਟ ਇਹ ਉਹ ਕਰਕੇ ਪਾਸ ਕਰ ਸਕਦਾ ਹਾਂ, ਜੀ ਜੀ, ਤੇ ਮੈਂ ਨਹੀਂ ਮੰਨਦਾ ਇਦਾਂ ਸੰਭਵ ਆ ਜੀ। ਜਿਹੜਾ ਬੱਚਾ ਏਡੇ ਲੈਵਲ ਦੀ ਕਰਦਾ, ਖੁਦ ਜਾਗਰੂਕ ਹੋਣਾ ਚਾਹੀਦਾ। ਬਿਲਕੁਲ। UPSC ਦਾ ਸਾਈਟ ਹੈ, ਹੁਣ ਤੁਹਾਨੂੰ ਅਸੀਂ ਮੈਂ ਲਿੰਕ ਤੁਹਾਨੂੰ ਫਲੈਸ਼ ਸਕਰੀਨ ਤੇ ਕਰਾਂਗੇ ਜੀ ਜੀ, ਤੇ ਉਹਦੇ 'ਚ ਲਿੰਕ ਆਣਗੇ, ਉਹ UPSC ਦੇ ਲਿੰਕਸ ਨੇ। ਇੰਟਰਨੈਟ ਤੇ ਗੂਗਲ ਤੇ ਜਾਓ, UPSC ਤੁਸੀਂ ਸਿੰਪਲ ਕਰੋ ਸਿਵਲ ਸਰਵਿਸ ਐਗਜ਼ਾਮੀਨੇਸ਼ਨ, ਹਾਂਜੀ, ਉਹਦੇ 20 ਲਿੰਕ ਖੁੱਲਦੇ ਆ। ਅੱਛਾ ਜੀ। ਉਹਨਾਂ ਤੇ ਕਲਿੱਕ ਕਰੋ, ਤੁਹਾਨੂੰ ਆਏਗਾ UPSC ਦਾ ਆਪਣਾ ਇੱਕ ਸਾਈਟ ਹੈ, ਉਹਦਾ ਸਿਲੇਬਸ ਕੀ ਹੈ। ਅੱਛਾ ਜੀ। ਐਦਾਂ ਦੇ ਸਾਈਟ ਆ ਜਿਹੜੇ ਦੱਸਣਗੇ ਕਿਤਾਬਾਂ ਕਿਹੜੀਆਂ। ਅੱਛਾ ਜੀ। ਸਿਲੇਬਸ ਕੀ ਆ ਹਰ ਇੱਕ ਸਬਜੈਕਟ ਦਾ। ਬਿਲਕੁਲ। ਕਿਹੜੇ ਕਿਹੜੇ ਸਬਜੈਕਟ ਆ। ਜੀ 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 ਜੀ। पेपर केड़े केड़े कितने मार्क्स है, कुछ तो मैं दसूंगा ही, कला लिंक्स का दस के नहीं, डेफिनेटली, ते कुछ लिंक्स भी ने। वो मैं हुण देखिया, मैं कुछ कोचिंग इंस्टीट्यूट से पता कीता, जेड़े बंदे तैयारी कर रहे उन्होंने पता ही नहीं है सिलेबस बदल चुका, चेंज हो चुका। वो जेड़े बच्चे उत्थे जाके पढ़े उन्हां दा की भविख होऊगा। बिल्कुल। जिद्दां पिछले साल 7 पेपर हुंदे ने, मैं तो क्लियर कर। अच्छा जी, अच्छा अच्छा। जेड़ा मेन च प्रीलिमिनरी 2 ने जी, जेड़ा प्रीलिमिनरी दा देना जिसे 400 नंबर का जी, वो सिर्फ ऑब्जेक्टिव टाइप है। ओके। जनरल नॉलेज दे जो 4 चॉइसेस दित्तियां, उत्ते कुछ लिखिया, उन्हां चों देखो किहड़ा तुहानूं लगदा, जे सही लगदा उहनूं टिक करो, नहीं तां जिहड़ा सही दे बिल्कुल कोल आ उहनूं टिक करो। जे एग्जैक्ट 100% नहीं लगदा तो फिर तकरीबन जिहड़ा ठीक है, चाहो तो बेस्ट है 98% वाला उहनूं कर जी। उहनां मतलब यही हुंदा, ते वो तां प्रीलिमिनरी एक स्टेज है। ठीक है जी। उस तो बाद ਜਿਹੜੇ ਬੰਦੇ ਪਾਸ ਹੋ ਗਏ ਬੱਚੇ, ਉਹਨਾਂ ਲਈ ਮੇਨ ਹੈ ਇਹ ਪ੍ਰੀਲਿਮਿਨਰੀ 26 ਮਈ ਨੂੰ ਹੋਇਆ, 4 ਮਹੀਨੇ 1.5 ਮਹੀਨੇ 2 ਮਹੀਨੇ ਚ ਰਿਜ਼ਲਟ ਆ ਜਾਏਗਾ। ਬਿਲਕੁਲ। ਔਰ ਜਿਹੜਾ ਮੇਨ ਹੈ ਉਹ ਨਵੰਬਰ ਦਸੰਬਰ ਚ ਹੋਏਗਾ। ਅੱਛਾ ਜੀ। ਤੇ ਟਾਈਮ ਵੀ ਰਿਜ਼ਲਟ ਆਉਣ ਤੋਂ 4-5 ਮਹੀਨੇ ਮਿਲਣਗੇ ਤਿਆਰੀ ਦਾ ਟਾਈਮ। ਲੇਕਿਨ ਜਿਹੜੇ ਬੱਚੇ ਨੇ ਪ੍ਰੀਲਿਮਿਨਰੀ ਦਿੱਤਾ ਉਹਨੂੰ ਮੈਂ ਪਤਾ ਮੈਂ ਪਾਸ ਹੋਣਾ ਕਿ ਨਹੀਂ। ਬਿਲਕੁਲ। ਮੈਂ ਪਹਿਲਾਂ ਹੀ ਕਿਹਾ 55% ਆਬਜੈਕਟਿਵ ਟਾਈਪ ਹੈਗਾ। ਕੁਝ ਜਿਹੜੇ ਲਿੰਕ ਨੇ ਉਹਨਾਂ ਚ ਕਈਆਂ ਚ ਆਨਸਰ ਵੀ ਦਿੱਤੇ ਦੇ ਆ। ਬਿਲਕੁਲ ਬਿਲकुल। ਇਸ ਸਾਲ ਦਾ ਕੁਐਸਚਨ ਪੇਪਰ ਆਨਸਰ ਉਹ ਤਾਂ ਬੱਚਾ ਖੁਦ ਹੀ ਚੈੱਕ ਕਰ ਲੈ ਮੇਰੇ ਕਿੰਨੇ ਨੰਬਰ ਆਇਆ, ਉਹਦੀ ਰਿਜ਼ਲਟ ਵੇਟ ਕੀਤੇ ਬਿਨਾ ਤਿਆਰੀ ਸ਼ੁਰੂ ਕਰ ਦੇਵੇ। ਬਿਲਕੁਲ। ਪਹਿਲੀ ਗੱਲ ਬਿਲਕੁਲ ਠੀਕ ਹੈ, ਬਿਲਕੁਲ ਠੀਕ। ਦੂਜੀ ਗੱਲ ਉਹ 'ਚ 7 ਪੇਪਰ ਆ ਜੀ। ਪਹਿਲਾ ਪੇਪਰ ਹੈਗਾ ਇੰਗਲਿਸ਼ ਦੇ। ਅੱਛਾ ਜੀ। ਉਹਦੇ 'ਚ 2 ਸੈਕਸ਼ਨ ਆ ਜੀ ਜੀ। ਇੱਕ ਹੈਗਾ ਐਸੇ 200 ਪੇਪਰ ਦਾ ਜੀ ਜੀ, ਦੂਜਾ ਹੈਗਾ ਕੰਪਰੀਹੈਂਸ਼ਨ 100 ਨੰਬਰ ਦਾ। ਅੱਛਾ ਜੀ। ऐसे तो किसी टॉपिक पे लिखा जाएगा, और कंप्रीहेंशन जड़ा वा वो
ਹੋਏਗਾ ਕਿਸੇ ਪੈਰਾਗ੍ਰਾਫ ਨੂੰ ਕਹਿ ਕੇ ਉਹਨੂੰ ਕੰਪਲੀਟ ਕਰਨਾ, ਉਸੇ ਚੀਜ਼ ਨੂੰ ਉਹਦਾ ਸੈਂਸ ਗਵਾਏ ਬਿਨਾ ਉਹਨੂੰ ਦੂਜੇ ਲਫ਼ਜ਼ਾਂ 'ਚ ਕਹਿਣਾ, ਘੱਟ ਲਫ਼ਜ਼ਾਂ 'ਚ ਕਹਿਣਾ, ਤੇ ਉਹ 'ਚ ਇਹ ਐਪਟੀਟਿਊਡ ਥੋੜਾ ਜਿਹਾ ਟੈਸਟ ਕੀਤਾ ਜਾਏਗਾ। ਇੰਗਲਿਸ਼ ਤੇ ਹੈ ਮੇਨਲੀ। ਅੱਛਾ ਜੀ, ਲੈਂਗੁਏਜ ਤੇ ਬਿਲਕੁਲ ਲੈਂਗੁਏਜ ਦੀ ਕਮਾਂਡ ਦਾ ਹੋਰ ਸਾਰਾ ਹੋਏਗਾ ਜੀ। ਉਸ ਤੋਂ ਬਾਅਦ 4 ਪੇਪਰ ਜਿਹੜੇ ਆ, ਪੇਪਰ ਨੰਬਰ 2 3 4 5 ਜੀ, 4 ਪੇਪਰ ਹੈਗੇ ਜਨਰਲ ਸਟੱਡੀਜ਼ ਜਾਂ ਜਨਰਲ ਨੌਲੇਜ। ਅੱਛਾ ਜੀ, 1 2 3 4 ਪੇਪਰ ਉਹਨਾਂ 'ਚ ਕਿੱਦਾਂ ਵਾ ਦਿੱਤੇ ਦੇ ਨੇ ਟੌਪਿਕ। ਕਿਸ ਤਰ੍ਹਾਂ ਦੇ ਹੁੰਦੇ ਆ ਟੌਪਿਕ? ਇੰਡੀਅਨ ਹਿਸਟਰੀ, ਅੱਛਾ ਜੀ, ਐਂਡ ਕਲਚਰ, ਓਕੇ, ਜਨਰਲ ਪੋਲਿਟੀ ਜੀ, ਇੰਟਰਨੈਸ਼ਨਲ ਰਿਲੇਸ਼ਨਸ, ਇਕਨੋਮਿਕ ਕੰਡੀਸ਼ਨਸ, ਸੋਸ਼ਲ ਕੰਡੀਸ਼ਨਸ, ਇਹਨਾਂ ਤੇ ਹੁੰਦੇ। ਬਿਲਕੁਲ। ਉਹਦੇ 'ਚ ਇੱਕ ਪੇਪਰ ਨਵਾਂ ਇਸ ਸਾਲ ਤੋਂ ਇੰਟਰੋਡਿਊਸ ਕੀਤਾ, ਐਥਿਕਸ। ਅੱਛਾ ਜੀ, ਐਥਿਕਸ ਮੇਰਾ ਅਸੂਲ ਕੀ ਆ ਜੀ, ਮੇਰੇ ਪ੍ਰਿੰਸੀਪਲਸ ਕੀ ਆ, ਮੈਂ ਜਿਹੜੇ ਸਮਾਜ 'ਚ ਰਹਿਣਾ, ਫੈਮਿਲੀ ਤੋਂ ਕਿਹੜੀ ਵੈਲਿਊਜ਼ ਮੈਂ ਸਿੱਖੀਆਂ ਨੇ। ਜੀ ਜੀ ਜੀ। ਉਹ 'ਚ ਬੰਦੇ ਦੀ ਓਨੈਸਟੀ, ਬਿਲਕੁਲ, ਦੇਸ਼ ਦੇ ਬਾਰੇ, ਸਮਾਜ ਦੇ ਬਾਰੇ ਉਹਦਾ ਜਾਗਰੂਕਤਾ, ਵਾਹ ਵਾਹ, ਉਹਦੀ ਜ਼ਿੰਮੇਵਾਰੀ, ਓਨੈਸਟੀ, ਇਹ ਚੀਜ਼ਾਂ ਉਹ ਟੈਸਟ ਕਰਨਗੇ ਕਿ ਇੱਕ ਜ਼ਿੰਮੇਦਾਰ ਅਧਿਕਾਰੀ ਦੇ ਤੌਰ ਤੇ ਇਹ ਕੀ ਕਰਨ। ਉਹ 'ਚ ਇਹ ਨਹੀਂ ਲਿਖਣਾ ਕਿ ਮੈਂ ਬੜਾ ਜ਼ਿੰਮੇਦਾਰ ਹਾਂ, ਉਹਨਾਂ ਨੇ ਇਹ ਨਹੀਂ ਪੁੱਛਣਾ ਕਿ ਤੁਸੀਂ ਜ਼ਿੰਮੇਦਾਰ। ਹਾਂ ਜੀ, ਮੈਂ ਤਾਂ ਜ਼ਿੰਮੇਦਾਰ ਹਾਂ। ਉਹਨਾਂ ਨੇ ਸਵਾਲ ਹੀ ਇਦਾਂ ਦੇ ਕਰਨੇ, ਉਹ 'ਚ ਤੁਹਾਡਾ ਐਪਟੀਟਿਊਡ ਕਰਨਾ ਆਪੇ ਪਤਾ ਲੱਗ ਜਾਣਾ ਹੈ। ਕਿਉਂਕਿ ਜਿਹੜਾ ਮੇਨ ਦਾ ਪੇਪਰ ਆ ਉਹ ਆਬਜੈਕਟਿਵ ਟਾਈਪ ਨਹੀਂ ਹੈ, ਉਹ ਸਬਜੈਕਟਿਵ ਟਾਈਪ ਹੈ। ਉਹ 'ਚ ਜਿੰਨਾ ਜਵਾਬ ਲਿਖਵਾਣਾ ਉਹਦੇ ਮੁਤਾਬਕ ਜ਼ਿਆਦਾ ਇੰਡੀਕੇਟ ਕੀਤਾ ਹੋਏਗਾ, ਜਾਂ ਤੁਸੀਂ ਨੰਬਰਾਂ ਤੋਂ ਅੰਦਾਜ਼ਾ ਲਗਾਣਾ ਕਿ 2 ਨੰਬਰ ਦਾ ਤਾਂ ਮੈਂ 1-2 ਲਾਈਨ ਲਿਖਣੀ ਆ, 5 ਨੰਬਰ ਦਾ 5-4-5-6 ਲਾਈਨ ਲਿਖਣੀ ਆ, ਜੇ 20 ਨੰਬਰ ਦਾ ਤਾਂ ਮੈਂ ਉਸ ਹਿਸਾਬ ਨਾਲ ਲਿਖਣਾ। ਲੇਕਿਨ IAS ਇਮਤਿਹਾਨ 'ਚ ਇੱਕ ਚੀਜ਼ ਧਿਆਨ ਰੱਖੇ, ਇਹ 'ਚ ਗਿੱਠਾਂ ਨਾਲ ਦਾ ਪੇਜ ਨਾਪ ਕੇ ਨੰਬਰ ਨਹੀਂ ਦਿੱਤੇ ਜਾਂਦੇ, ਇਹ 'ਚ ਫਾਲਤੂ ਲਿਖੇ ਦੇ ਨੰਬਰ ਕੱਟੇ ਜਾਂਦੇ। ਉਹ 'ਚ ਇੰਪ੍ਰੈਸ਼ਨ ਇਹ ਨਹੀਂ ਕਿੱਡਾ ਲੰਬਾ ਜਵਾਬ ਆ, ਕਿੰਨਾ ਸਹੀ ਟੂ ਦੀ ਪੁਆਇੰਟ ਔਰ ਕੰਪਲੀਟ ਹੈ। ਬਿਲਕੁਲ ਬਿਲकुल बिल्कुल 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 हर चीज का जवाब जो ही नहीं 4 पेज जावे, चाहे 20 नंबर का चाहे 30 नंबर का। जे तुहाडी गल सारी एक पेज कंप्लीट हो गई तो 6 लाइना फालतू लिख के टाइम ना अपना खराब करो, ना ओदा करो, अगले क्वेश्चन ते ध्यान दिओ। बिल्कुल ठीक, ओदी बजाय टाइम वेस्ट करन जे 5 मिनट तुसीं सोचण ते लाओ, ओदी कंपैक्टनेस दे उत्ते जो जोर दे। हां जी, जवाब देण तो पहला सवाल ਨੂੰ 2 ਵਾਰੀ पढ़ो, 3 वारी। ਉਹ ਕਈ ਵਾਰ ਮੈਂ ਮੇਰੇ ਨਾਲ ਹੋਇਆ ਕਈ ਇਮਤਿਹਾਨ, ਕਿਉਂਕਿ ਸਵਾਲ ਦਾ ਵੀ ਇੱਕ ਐਟੀਟਿਊਡ ਹੁੰਦਾ। ਹਾਂ, ਜਲਦੀ ਜਲਦੀ ਜਿਹੜੇ ਪੜ੍ਹਦੇ ਆ ਉਹ ਆਫ ਦੀ ਬਜਾਏ ਫਾਲ ਪੜ ਗਏ, ਬਸ ਬਸ ਉਹਦਾ ਦੀ ਬਜਾਏ ਆਈ ਪੜ ਗਏ, ਉਹ ਸਾਰਾ ਸੈਂਸਬਲ ਕਰਦਾ ਜਵਾਬ ਲਿਖਣ ਤੋਂ ਧਿਆਨ ਆਇਆ ਸਵਾਲ ਤਾਂ ਕੁਝ ਹੋਰ ਸੀ। ਤਸੱਲੀ ਨਾਲ ਸਭ ਤੋਂ ਪਹਿਲਾਂ ਤਸੱਲੀ ਦੇ ਨਾਲ ਕੁਐਸਚਨ ਦਾ ਔਰਾ ਦੇਖੋ, ਉਹਦਾ ਅਬੰਡਲ ਦੇਖੋ, ਉਹ ਦੇਖੋ ਕਿੱਥੋਂ ਬੋਲ ਰਹੇ ਆ, ਤੁਹਾਨੂੰ ਪੁੱਛਣਾ ਕੀ ਚਾਹੁੰਦਾ, ਉਹ ਪੁੱਛਣਾ ਕੀ ਚਾਹੁੰਦਾ, ਮਨ ਚ ਕੀ ਆ। ਕਿਉਂਕਿ ਕੁਐਸਚਨ ਦੇ ਵਿੱਚ ਇੱਕ ਓਲਾ ਵੀ ਹੋਏਗਾ, ਇਹ ਕੁਐਸਚਨ ਏਡਾ ਉਸ ਤਰੀਕੇ ਦਾ ਨਹੀਂ ਹੋਏਗਾ ਜਿਵੇਂ ਆਮ ਆਪਾਂ ਇਮਤਿਹਾਨ ਦਿੰਦੇ ਆ, ਇਹਦੇ ਵਿੱਚ ਇੱਕ ਓਲਾ ਹੋਏਗਾ, ਉਹਨੇ ਕੁਐਸਚਨ ਕਰਕੇ ਤੁਹਾਡੇ ਅੰਦਰਲੇ ਨੂੰ ਬਾਹਰ ਲਿਆਉਣਾ। ਤੁਸੀਂ ਉਹਨੂੰ 2-3 ਵਾਰ ਧਿਆਨ ਨਾਲ ਪੜੋ, 1-2 ਮਿੰਟ, ਅੱਧਾ ਮਿੰਟ, ਇਹ ਨਹੀਂ ਮੈਂ ਕਹਿੰਦਾ 5 ਮਿੰਟ ਸੋਚੋ, 5 ਮਿੰਟ ਏਦਾਂ ਕਹਿਤਾ ਤੁਸੀਂ ਉਹਦੇ ਜਿੰਨਾ ਟਾਈਮ ਦਿੱਤਾ ਦਾ ਤੁਸੀਂ ਆਪਣਾ ਡਿਵਾਈਡ ਕਰ ਲੈਣਾ। ਮੈਂਟਲ ਬੰਦਾ ਜਿਹੜਾ ਵੀ ਬੰਦਾ ਪੇਪਰ ਦੇਣ ਦਾ ਆਦੀ ਆ, ਉਹ ਮਿੰਟ ਤੋਂ ਦੇਖ ਲੈਂਦਾ ਇੰਨੀ ਦੇਰ ਚੋਂ ਮੈਨੂੰ ਕਿੰਨਾ ਟਾਈਮ ਇੰਚ ਦੇਣਾ। ਬਿਲਕੁਲ, ਉਹ ਤੁਸੀਂ ਅੱਧਾ ਮਿੰਟ, 1 ਮਿੰਟ, 1.5 ਮਿੰਟ, 2 ਮਿੰਟ ਦਿਓ ਸੋਚਣ ਤੇ, ਫਿਰ ਤੁਸੀਂ ਲਿਖਣਾ ਸ਼ੁਰੂ ਕਰੋ। ਬਿਲਕੁਲ ਬਿਲकुल ਬਿਲकुल। ਤੇ ਇਹ ਉਹ 'ਚ ਆਮ ਤੌਰ ਤੇ ਜਿਹੜਾ ਮੈਂ ਦੇਖਿਆ, ਇੱਕ ਜਿਹੜੀ ਚੀਜ਼ ਅੱਜ ਦੀ ਤਰੀਕ 'ਚ ਐਪਲੀਕੇਬਲ ਆ, ਮੰਨ ਲਓ ਦੇਸ਼ 'ਚ ਸ਼ੂਗਰ ਪ੍ਰੋਡਕਸ਼ਨ ਬਹੁਤ ਵੱਧ ਗਈ ਆ, ਘਟ ਗਈ ਆ, गेहूं बहुत ज्यादा हो गया, घट हो गया, चावल बहुत ज्यादा हो गया, घट हो गया, किते देश च बाहर ना नुकसान हो गया, फायदा हो गया, किते देश दे विच सुक्का पिया। ये चीज़ां एक पढ़े लिखे इंसान जागरूक नूं वैसे ही पता होनी चाहिए। बिल्कुल ठीक है। उन्हां च क्वेश्चन इदां दे घट पूछे जाते जिहड़ी चीज़ मैं याद कर सकां, कुछ क्वेश्चन इदां दे पूछे जाते जिहड़ी अवेयरनेस जागरूकता जिहड़ी सामने आती है। मेरा पता लगे मैं जाग रहा हां। बिल्कुल कुछ जिहड़े प्रिलिमिनरी जो ऑब्जेक्टिव टाइप भी आएगा वो तो ये नहीं पूछेगा 1,87,681, वो पूछेगा लगभग 20,000, लगभग 2 लाख, लगभग 20 लाख। क्या बात है। वो जिस बंदे को आइडिया मोटा मोटी है वो कर लेगा। इतने अट्टा लगाने की लोड़ नहीं कि 1,87,681 है, इतने जागण की लोड़ है, इतने जागण की लोड़ है। वो जी चीज अट्टा लगाई जा सकती है उत्ते बहुत घट जो। अच्छा एथिक्स का पेपर तो गया ना, उस तो बाद 2 पेपर होंगे एक सब्जेक्ट के। अच्छा जी। पिछले साल तक जो पेपर से 2 सब्जेक्ट चुने जाते थे। अच्छा जी। अच्छा। मैं तो कल परसों कुछ कैंडिडेट की गल हुई, कहना मैं एक सब्जेक्ट रखलवा, एक सब्जेक्ट वो रखलवा। मैं कहा काका सब्जेक्ट इको ही है, हुण बदल गया है, हुण सिलेबस चेंज हो गया, तू 2 सब्जेक्ट नहीं इको दा ध्यान दे।
ਉਹ ਕਹਿੰਦਾ ਅੱਛਾ ਜਿਹੜੇ ਕੋਚਿੰਗ 'ਚ ਮੈਂ ਜਾਣਾ ਉਹਨੇ ਤਾਂ ਮੈਨੂੰ ਦੱਸਿਆ ਨਹੀਂ। ਕੈਂਡੀਡੇਟ ਨੂੰ ਖੁਦ ਵੀ ਪਤਾ ਹੋਣਾ ਚਾਹੀਦਾ, ਉਹ ਕੋਚਿੰਗ ਉਹਨੇ ਜਾਗਦਾ ਹੋਣਾ ਚਾਹੀਦਾ ਜਿਸ 'ਚ ਪੜ੍ਹਾਉਣ ਵਾਲੇ ਨੂੰ ਨਹੀਂ ਪਤਾ ਕੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਇੱਕ ਸਬਜੈਕਟ ਹੈ ਉਹਦੇ 2 ਪੇਪਰ ਹੋਣਗੇ, ਉਹਦੇ 2 ਪੇਪਰ ਹੋਣਗੇ। ਬਿਲਕੁਲ ਬਿਲਕੁਲ। ਤੇ ਇਹ 300 ਪੇਪਰ ਦਾ ਉਹ ਹੋ ਗਿਆ ਤੁਹਾਡਾ ਪਹਿਲਾ ਇੰਗਲਿਸ਼ ਦਾ। ਜੀ ਜੀ। 4 ਪੇਪਰ 250 ਦੇ ਹੋ ਗਏ। ਬਿਲਕੁਲ। 1000 ਨੰਬਰ ਇਹਦਾ ਹੋ ਗਿਆ ਜੀਕੇ ਦਾ। ਜੀਕੇ ਦਾ ਹੋ ਗਿਆ 1300 ਹੋ ਗਿਆ। ਜੀ ਜੀ ਜੀ। ਔਰ 500 ਨੰਬਰ ਦੇ 2 ਪੇਪਰ ਹੋ ਗਏ 250 ਦੇ। ਬਿਲਕੁਲ। ਤੁਹਾਡੇ ਸਬਜੈਕਟ ਦੇ। ਜੀ ਜੀ ਜੀ। 1800 ਨੰਬਰ ਦਾ ਇਹ। ਔਰ 275 ਨੰਬਰ ਦਾ ਇੰਟਰਵਿਊ ਆ। ਅੱਛਾ ਜੀ। ਤੇ ਉਹ 275 ਸ਼ਾਇਦ ਟੋਟਲ ਹੈ, ਥੋੜਾ ਜਿਹਾ ਹੋ ਸਕਦਾ ਭੁਲੇਖਾ ਹੋਵੇ ਪਰ ਉਹ ਡਿਟੇਲ। ਇੰਟਰਵਿਊ ਦਾ ਜਿਹੜਾ ਵੇਟੇਜ ਹੈ ਬਹੁਤ ਲੋਕੀ ਜਿਹੜੇ ਕਈ ਸਾਲ ਤੱਕ ਇੰਟਰਵਿਊ ਦੀ ਤਿਆਰੀ ਕਰਦੇ ਜਾਂਦੇ। ਜੀ 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 ਜੀ। ਇੰਟਰਵਿਊ ਦੀ ਵੇਟੇਜ ਪਿਛਲੀ ਵਾਰ ਵੀ 13% ਸੀ ਲਗਭਗ। ਅੱਛਾ ਜੀ। ਉਹ ਹੁਣ ਵੀ 13% ਹੈ। ਅੱਛਾ ਅੱਛਾ ਅੱਛਾ। ਮਤਲਬ ਟੋਟਲ ਦੇ ਵਿੱਚ 13% ਹੈ। ਇਹ ਸਾਰੇ ਪੇਪਰ ਤੋਂ ਬਾਅਦ ਤੁਸੀਂ ਕੀ ਸੁਜੈਸਟ ਕਰੋਗੇ ਆਪਣੇ ਵਿਦਿਆਰਥੀਆਂ ਨੂੰ ਕਿ ਉਹ ਇੰਟਰਵਿਊ ਲਈ ਆਪਣੇ ਆਪ ਨੂੰ ਕਿਵੇਂ ਪ੍ਰਿਪੇਅਰ ਕਰਨ, ਜੀ ਉਹ ਵੀ ਤਿਆਰੀ ਕਰਨ? ਉਹ ਸਾਰੇ ਉਸ ਤੋਂ ਪਹਿਲਾਂ ਫਿਰ ਮੈਂ ਉਹੀ ਚੀਜ਼ ਤੇ ਆ ਗਿਆ ਕਿ ਜਿਹੜਾ ਸਬਜੈਕਟ ਸੀਗਾ ਪਿਛਲੇ 52% ਦਾ ਵੇਟ ਜੀ, ਉਹ ਜਿਹੜਾ ਸਬਜੈਕਟ ਲੈਂਦਾ ਸੀ ਨਾ, ਮੈਂ ਲੈ ਲਿਆ ਪੋਲੀਟੀਕਲ ਸਾਇੰਸ ਐਂਡ ਹਿਸਟਰੀ, ਤੇ ਉਹਦਾ ਵੇਟ ਸੀਗਾ ਟੋਟਲ 2 ਸਬਜੈਕਟਾਂ ਦਾ 52%। ਅੱਛਾ ਜੀ। ਹੁਣ ਕੁੱਲ ਇੱਕ ਸਬਜੈਕਟ ਕਰਤਾ ਉਹਦਾ ਵੇਟ ਰਹਿ ਗਿਆ 24%। ਅੱਛਾ ਜੀ। ਅੱਧੇ ਤੋਂ ਘੱਟ ਵੇਟ ਰਹਿ ਗਿਆ। ਅੱਛਾ। ਔਰ ਜੀਕੇ ਦਾ ਵੇਟ ਜਿਹੜਾ 26% ਸੀਗਾ ਟੋਟਲ 'ਚ, ਉਹ 48% ਹੋ ਗਿਆ। ਮਤਲਬ ਵਿਦਿਆਰਥੀ ਨੂੰ ਆਪਣੇ ਸਿਲੇਬਸ ਪ੍ਰਤੀ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ। ਔਰ ਜਨਰਲ ਸਟੱਡੀਜ਼ ਦੀ ਇੰਪੋਰਟੈਂਸ, ਔਰ ਉਹਨੂੰ ਪਤਾ ਲੱਗ ਜਾਵੇ ਕਿ ਉਹ ਦੂਸਰੇ ਸਬਜੈਕਟ ਦੀ ਇੰਪੋਰਟੈਂਸ ਹੈ ਜਾਂ ਜਨਰਲ ਸਟੱਡੀ ਦੀ। ਜਨਰਲ ਸਟੱਡੀ ਪ੍ਰੀਲਿਮਿਨਰੀ ਜਨਰਲ ਸਟੱਡੀ ਦਾ ਬਿਲਕੁਲ ਉਹਦੇ ਵਿੱਚ ਉਸ ਤੋਂ ਬਾਅਦ ਜਨਰਲ ਸਟੱਡੀ ਦੇ ਆ। ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਇੰਟਰਵਿਊ ਆ। ਜੀ ਜੀ ਜੀ। ਇੰਟਰਵਿਊ ਦੇ ਵਿੱਚ ਲੋਕੀ ਬਹੁਤ ਗਲਤ ਨੋਸ਼ਨ ਹੈ ਜੀ। ਇੰਟਰਵਿਊ 'ਚ ਲੋਕੀ ਤਿਆਰੀ ਕਰਦੇ ਤੇ ਬੜੇ ਰੱਟੇ ਲਗਾ ਲਗਾ ਕੇ। ਐਕਚੁਅਲੀ ਇੰਟਰਵਿਊ ਜਿਹੜਾ ਹੁੰਦਾ ਉਹਦਾ ਕਨਸੈਪਟ ਬਿਲਕੁਲ ਅਲੱਗ ਹੈ। ਅੱਛਾ ਜੀ। ਇੱਕ ਕੋਠਾਈ ਕਮਿਸ਼ਨ ਸੀਗਾ ਜੀ ਜੀ, ਉਹ ਤੋਂ ਮੈਂ ਐਗਜ਼ੈਕਟ ਵੀ ਪੜ੍ਹ ਸਕਦਾ। ਉਹਨਾਂ ਨੇ ਕਿਹਾ ਸੀਗਾ ਅਸੀਂ ਦੇਖਦੇ ਬੰਦੇ ਦੀ ਜਾਗਰੂਕ ਕਿੰਨਾ ਜੀ, ਅਲਰਟ ਕਿੰਨਾ ਜੀ, ਉਹਦੀ ਰਿਸਪੌਂਸ ਕਿੱਦਾਂ ਦੀ ਆ, ਉਹਦਾ ਐਟੀਟਿਊਡ ਕਿੱਦਾਂ ਦਾ, ਇਹ ਚੀਜ਼ਾਂ ਦੇਖੀਆਂ ਜਾਂਦੀਆਂ ਜੀ ਜੀ। ਉਹ ਤੁਹਾਡੀ ਜਨਰਲ ਨੌਲੇਜ ਟੈਸਟਿੰਗ ਘੱਟ ਹੈ ਜਾਂ ਨਹੀਂ ਹੈ ਜਾਂ ਘੱਟ ਹੈ, ਕਿਉਂਕਿ ਤੁਹਾਡੀ ਪ੍ਰੀਲਿਮਿਨਰੀ 'ਚ ਮੇਨ 'ਚ ਤੁਹਾਡੀ ਜਨਰਲ ਨੌਲੇਜ ਦੇਖ ਚੁੱਕੇ ਆ ਆਲਰੇਡੀ। ਉਹ 'ਚ ਇੰਪੋਰਟੈਂਟ ਇਹ ਨਹੀਂ ਤੁਸੀਂ ਜਵਾਬ ਕੀ ਦਿੱਤਾ, ਉਹ 'ਚ ਜ਼ਿਆਦਾ ਇੰਪੋਰਟੈਂਟ ਤੁਸੀਂ ਕਿੱਦਾਂ ਦਿੱਤਾ। ਤੁਹਾਡੀ ਬਾਡੀ ਲੈਂਗੁਏਜ ਵੀ ਕਾਊਂਟ ਕਰਦੀ ਹੈ। ਬਿਲਕੁਲ। ਕੀ ਤੇ ਕਿੱਦਾਂ ਦਾ ਫਰਕ ਆ। ਲੋਕੀ 2-3 ਜਵਾਬ ਗਲਤ ਦਿੱਤੇ ਉਹ ਵੱਡੀ ਸਾਟਨ ਹੋ ਜਾਂਦੇ, ਜਾਂ ਉਹਨਾਂ ਨਾਲ ਜਵਾਬ ਕਰਨ ਲੱਗ ਪੈਂਦੇ। ਇਹਦਾ ਕੀ ਮਤਲਬ ਕਈ ਕਹਿੰਦੇ ਪੁੱਛਣ ਲੱਗ ਪੈਂਦੇ ਮੈਂ ਤਾਂ ਕਦੀ ਕ੍ਰਿਕਟ ਖੇਲਿਆ ਨਹੀਂ, ਮੈਂ ਜਵਾਬ ਕਿੱਦਾਂ ਦੇਵਾਂ ਜੀ, ਮੈਂ ਫੁੱਟਬਾਲ ਲੜਦਾ ਨਹੀਂ ਹੈ। ਉਹ ਤਾਂ ਦੇਖਣਾ ਚਾਹੁੰਦੇ ਉਹ ਕਈ ਵਾਰ ਜਾਣ ਕੇ ਇਦਾਂ ਸਵਾਲ ਪੁੱਛਦੇ, ਉਹਨਾਂ ਨੂੰ ਪਤਾ ਕੈਂਡੀਡੇਟ ਨਹੀਂ ਜਿਹੜਾ ਇਰੀਟੇਟ ਹੋਣਗੇ ਜਾਂ ਉਹ ਦੇਖਦੇ ਆ ਵੀ ਇਰੀਟੇਟ ਐਡਵਰਸ ਸਰਕਮਸਟੈਂਸਸ ਬੱਚਾ ਕਿੱਦਾਂ ਬਿਹੇਵ ਕਰ ਸਕਦਾ। ਕਿਉਂਕਿ ਜਦੋਂ ਐਡਮਿਨਿਸਟ੍ਰੇਸ਼ਨ ਕਿਸੇ ਫੀਲਡ 'ਚ ਜੌਬ ਆ ਉਹ 'ਚ ਪ੍ਰੈਸ਼ਰ ਬਹੁਤ ਹੁੰਦਾ, ਬਹੁਤ ਅੰਡਰ ਪ੍ਰੈਸ਼ਰ ਬੰਦਾ ਕਿੱਦਾਂ ਰਿਐਕਟ ਕਰਦਾ। ਬਿਲਕੁਲ ਬਿਲਕੁਲ ਬਿਲਕੁਲ। ਉਹ ਆਪਣਾ ਕਾਮ ਐਂਡ ਕੰਪੋਜ਼ ਕੰਟਰੋਲ ਰੱਖਦਾ ਕਿ ਨਹੀਂ। ਕਈ ਵਾਰ ਸਿਚੁਏਸ਼ਨ ਇੱਕ ਤੋਂ ਇੱਕ ਖਰਾਬ, ਬਿਲਕੁਲ ਉਹ ਬੰਦਾ ਦੇਖਦਾ ਉੱਥੇ ਫਲੱਡ ਆ ਗਿਆ, ਉਹ ਫਲਾਣਾ ਪਿੰਡ ਡੁੱਬ ਗਿਆ, ਉਹ ਫਲਾਣੇ 'ਚ ਡੈਮ ਟੁੱਟ ਗਿਆ, ਤੇ ਉਦੋਂ ਬੰਦਾ ਜੇ ਹੱਥ ਪੈਰ ਫਲਾ ਲਊ ਉਹ ਸਭ ਨੂੰ ਉੱਡ ਕੇ ਪਊਗਾ। ਬਿਲਕੁਲ ਬਿਲਕੁਲ ਬਿਲਕੁਲ। ਉਹ ਤਾਂ ਫਿਰ ਕਿੱਦਾਂ ਕੰਟਰੋਲ ਕਰੂ। ਬਿਲਕੁਲ। ਉਹ ਇੰਟਰਵਿਊ ਦੇ ਜਿਹੜੇ ਕੁਐਸਚਨ ਤੋਂ ਹੀ ਘਬਰਾ ਜੂ, ਉਹ ਰੀਅਲ ਲਾਈਫ ਸਿਚੁਏਸ਼ਨ 'ਚ ਇਦਾਂ ਦੀ ਪੋਜੀਸ਼ਨ 'ਚ ਕੀ ਕਰੂਗਾ। ਇਸ ਕਰਕੇ ਬਿਲਕੁਲ ਉਹ ਦੇਖਣਾ ਚਾਹੁੰਦੇ ਆ ਕਿ ਜਿਹੜੀ ਚੀਜ਼ ਤੁਹਾਨੂੰ ਫੇਵਰੇਬਲ ਵੀ ਪੁੱਛਦੇ ਆ ਜੀ, ਬੜੇ ਕੁਐਸਚਨ ਉਹ ਇਦਾਂ ਦੇ ਜਾਣ ਕੇ ਜਿਹੜਾ ਕੈਂਡੀਡੇਟ ਘਬਰਾਇਆ ਹੋਵੇ ਉਹ ਕੋਈ ਬੜੇ ਈਜ਼ੀ ਇਦਾਂ ਦੇ ਪੁੱਛਦੇ ਉਹਨਾਂ ਨੂੰ ਪਤਾ ਇਹਨੂੰ ਪਤਾ, ਤਾਂ ਕਿ ਉਹ ਪਹਿਲਾਂ ਨਾਰਮਲ ਹੋ ਜਾਵੇ, ਨਾਰਮਲ ਫਿਰ ਉਹਦਾ ਬਿਹੇਵ ਦੇਖਿਆ ਜਾਵੇ। ਫਿਰ ਬੰਦੇ ਦਾ ਦੇਖਣਾ ਚਾਹੁੰਦੇ ਨੇ ਕਿ ਜਿਹੜੇ ਫੇਵਰੇਬਲ ਸਰਕਮਸਟੈਂਸਸ ਜਿਹੜੇ ਚੀਜ਼ ਉਹਦੀ ਹੱਕ 'ਚ ਆ ਉਦੋਂ ਕਿੱਦਾਂ ਬਿਹੇਵ ਕਰਦਾ, ਜਦੋਂ ਚੀਜ਼ ਖਿਲਾਫ ਜਾਂਦੀ ਉਦੋਂ ਕਿੱਦਾਂ ਕਰਦਾ। ਬਿਲਕੁਲ ਬਿਲਕੁਲ ਬਿਲਕੁਲ। ਇਹ ਤਾਂ ਇੱਕ ਆ। ਦੂਜੀ ਗੱਲ ਇਹ ਆ ਕਿ ਉਹ ਬੰਦੇ ਬੜੇ ਤਜਰਬੇਕਾਰ ਹੰਡੇ ਹੁੰਦੇ ਆ ਜੀ, ਉਹ ਬੰਦੇ ਸਾਰੀ ਉਮਰ ਬਿਤਾਈ ਬੜੇ ਤਜਰਬੇਕਾਰ ਹੁੰਦੇ। ਉਹਨਾਂ ਨੂੰ ਜੇ ਸਬਜੈਕਟ ਨਹੀਂ ਵੀ ਆਉਂਦਾ ਉਹ ਤੁਹਾਡੇ ਜਵਾਬ ਦੇਣ ਦੇ ਅੰਦਾਜ਼ ਤੋਂ ਸਮਝ ਜਾਂਦੇ ਤੁਸੀਂ ਸਹੀ ਬੋਲ ਰਹੇ ਜੇ ਬਲਾ ਪਾ ਰਹੇ ਹੋ। ਇੰਨਾ ਉਹਨਾਂ ਨੂੰ ਤਜਰਬਾ ਹੁੰਦਾ, ਬਿਲਕੁਲ ਅਨੁਭਵ ਤਾਂ ਹੁੰਦਾ ਹੀ ਹੈ। ਉਹ ਵੈਸੇ ਵੀ 4-5-6 ਮੈਂਬਰ ਹਾਈ ਫੀਲਡ ਦੇ ਹੁੰਦੇ ਆ, ਉਹ ਬੜੇ ਬੰਦੇ ਪਹੁੰਚੇ ਹੁੰਦੇ ਆ। ਤੇ ਬੰਦੇ ਹੁਸ਼ਿਆਰੀ ਨਹੀਂ ਕਰਨੀ ਚਾਹੀਦੀ, ਪਰਸਨ ਸ਼ੁੱਡ ਬੀ ਓਨੈਸਟ। ਕਈ ਵਾਰ ਕੀ ਹੁੰਦਾ ਮੈਨੂੰ ਇਹ ਚੀਜ਼ ਨਹੀਂ ਪਤਾ, ਤੁਸੀਂ ਉਹਨਾਂ ਦਾ ਟਾਈਮ ਨਾ ਵੇਸਟ ਕਰੋ, ਆਪਣਾ ਨਾ ਕਰੋ, ਕਿਉਂਕਿ ਇੰਟਰਵਿਊ ਉਹਨਾਂ ਨੇ ਕਈ ਬੰਦਿਆਂ ਨੂੰ ਲੈਣਾ ਹੁੰਦਾ, ਉਹਨਾਂ ਕੋਲ ਇੰਨਾ ਟਾਈਮ ਨਹੀਂ ਕਿ ਤੁਸੀਂ 2 ਮਿੰਟ ਸੋਚਣ ਲਾਤੇ ਫਿਰ ਮੈਂ ਦੱਸਦਾ ਫਿਰ ਅੱਧਾ ਗਲਤ ਅੱਧਾ ਸਹੀ ਦੱਸਦਾ। ਬਿਲਕੁਲ। ਯੂ ਬੀ ਓਨੈਸਟ, ਯੂ ਸ਼ੁਡ ਨੋ ਵਾਟ ਯੂ ਨੋ ਐਂਡ ਵਾਟ ਯੂ ਡੋਨਟ ਨੋ। ਬਿਲਕੁਲ।
ਤੁਹਾਨੂੰ ਪਤਾ ਹੋਣਾ ਚਾਹੀਦਾ ਮੈਨੂੰ ਕੀ ਪਤਾ, ਮੈਨੂੰ ਕੀ ਨਹੀਂ ਪਤਾ। ਕੀ ਬਾਤ ਹੈ, ਬਿਲਕੁਲ ਕਲੈਰਿਟੀ ਹੋਣੀ ਚਾਹੀਦੀ। ਬਿਲਕੁਲ ਬਿਲकुल। ਉਹ ਕੋਠਾਈ ਕਮਿਸ਼ਨ ਨੇ ਇੱਕ ਵਰਡ ਕੀਤਾ, ਕਲੈਰਿਟੀ ਆਫ ਥਾਟ। ਕੀ ਬਾਤ ਹੈ। ਬੰਦੇ ਕੀ ਕਰਦੇ ਆ, ਨਹੀਂ ਪਤਾ, ਇਹ ਮੈਨੂੰ ਯਾਦ ਨਹੀਂ ਆਇਆ, ਨਹੀਂ ਪਤਾ, ਮੈਨੂੰ ਨਹੀਂ ਪਤਾ, ਯਾਦ ਨਾ ਕਹੋ, ਕਿਉਂਕਿ ਉਹ ਬੜੇ ਹੁਸ਼ਿਆਰ ਆ। ਤੁਸੀਂ ਚਲਾਕੀ ਕਰ ਰਹੇ ਹੋ। ਮਿਲਦੀ ਜੁਲਦੀ ਚੀਜ਼ਾਂ ਦੋ ਚਾਰ ਦੱਸਦੇ ਆ, ਤੁਹਾਨੂੰ ਦੋ ਚਾਰ ਹਿੰਟ ਏਦਾਂ ਦਿੰਦੇ ਆ, ਜੇ ਤੁਹਾਨੂੰ ਆਉਂਦਾ ਸੀ ਤੁਹਾਨੂੰ ਆਪੇ ਯਾਦ ਆ ਜਾਏਗਾ, ਫਿਰ ਤਾਂ ਵੀ ਨਹੀਂ ਯਾਦ ਆਉਂਦਾ, ਉਹਨੇ ਬਲਫ ਮਾਰਦਾ। ਹਾਂ, ਤੁਸੀਂ ਉੱਥੇ ਕਹਿ ਦੋ ਕਿ ਇਹਦਾ ਮੈਨੂੰ ਨਹੀਂ ਪਤਾ। ਮੈਨੂੰ ਨਹੀਂ ਪਤਾ। ਇਮਾਨਦਾਰੀ ਜਿਹੜੀ ਹੈ, ਓਨੈਸਟੀ ਜਿਹੜੀ ਹੈ, ਕਿਉਂਕਿ ਹਰ ਇੱਕ ਬੰਦਾ ਹਰ ਚੀਜ਼ ਨਹੀਂ ਜਾਣ ਸਕਦਾ। ਦੁਨੀਆ 'ਚ ਇੰਨੇ ਸਬਜੈਕਟ ਹੈ, ਔਰ ਕਿਸੇ ਸਬਜੈਕਟ ਦਾ ਪ੍ਰੋਫੈਸਰ ਵੀ ਉਹ ਸਬਜੈਕਟ ਬਾਰੇ ਇੰਨੀ ਚੀਜ਼ਾਂ ਨਹੀਂ, ਉਹਨਾਂ ਨੂੰ ਵੀ ਪਤਾ, ਬਿਲਕੁਲ, ਪਰ ਕੈਂਡੀਡੇਟ ਨੂੰ ਨਹੀਂ ਪਤਾ। ਬਿਲਕੁਲ। ਕੈਂਡੀਡੇਟ ਉਹਨੂੰ ਮੈਂ ਜਿੱਦਾਂ ਲੜਾਈ ਲੜ ਰਹੇ ਆ ਬਾਰਡਰ ਤੇ, ਬੰਦੂਕ ਲੈ ਕੇ ਬੈਠਾ, ਉਹ ਏਦਾਂ ਕਰਦਾ ਕਿ ਹੈ ਆ ਇੱਕ ਸਵਾਲ ਨਹੀਂ ਆਇਆ, ਆ ਦੂਜਾ ਨਹੀਂ ਆਇਆ, ਇਹਨੂੰ ਇੰਪੋਰਟੈਂਸ ਨਾ ਦਿਓ। ਵਾਹ ਵਾਹ। ਅੱਛਾ, ਮੈਂ ਕਿਤੇ ਇੰਟਰਵਿਊ 'ਚ ਟਿਪਸ ਪੜ੍ਹ ਰਿਹਾ ਸੀ, ਉਹਨੇ ਕਿਹਾ ਕਿ ਕਦੀ ਸੌਰੀ ਨਾ ਬੋਲੋ, ਪਰ ਮੈਂ ਨਹੀਂ ਸਹਿਮਤ। ਸੌਰੀ ਕਟਸੀ ਦੇ ਨਾਤੇ ਆ, ਕਈ ਵਾਰ ਭੁੱਲੇ ਜਾਂਦਾ, ਬਟ ਆਈ ਆਲਵੇਜ਼ ਸੇ ਸੌਰੀ, ਡੋਂਟ ਫੀਲ ਸੌਰੀ। ਹਾਂ, ਸੌਰੀ ਪੋਲਾਈਟਨੈਸ ਦੇ ਨਾਤੇ, ਬਿਲਕੁਲ ਬਿਲकुल ਬਿਲकुल, ਲੇਕਿਨ ਅੰਦਰੋਂ ਸੌਰੀ ਨਾ ਹੋ ਕੇ ਬਹਿ ਜਾਓ। ਹਾਂ, ਨਿਰਾਸ਼ਾ ਨਾ ਲੈ ਜਾਓ ਅੰਦਰ। ਕੀਪ ਯੋਰ ਸਮਾਈਲ, ਬਿਲकुल, ਕੀਪ ਯੋਰ ਸਮਾਈਲ, ਕੀ ਬਾਤ ਹੈ, ਕੀਪ ਯੋਰ ਕੰਪੋਜ਼, ਆਪਣਾ ਠੰਡਾ ਮਨ, ਠੰਡਾ ਦਿਮਾਗ ਔਰ ਪੋਜ਼ਿਟਿਵ ਐਟੀਟਿਊਡ, ਬਿਲकुल ਬਿਲकुल, ਉਹ ਧਿਆਨ ਰੱਖੋ। ਬਿਲकुल, ਉਹ ਦਿਮਾਗ ਨੂੰ ਇੰਨੀ ਤੇਜ਼ ਨਾ ਉਡਾਓ, ਥੋੜਾ ਕੰਸੈਂਟਰੇਟ ਕਰਨ ਦੀ ਸਾਨੂੰ ਉਨੀ ਤੋਂ ਪ੍ਰੈਕਟਿਸ ਕਰਨੀ ਚਾਹੀਦੀ। ਤੁਸੀਂ ਟਿਪਸ ਬਾਰੇ ਕਹੇ ਸੀਗੇ, ਪੜ੍ਹਾਈ ਬਾਰੇ ਟਿਪਸ ਸਭ ਦੇ ਦਿੰਦੇ ਆ, ਤੁਸੀਂ ਆਦਤ ਪਾਓ। ਮੈਂ ਵੈਸੇ ਕ੍ਰਿਕਟ ਦਾ ਸ਼ੌਕੀਨ ਨਹੀਂ, ਲੇਕਿਨ ਹੁਣ ਬੱਚਿਆਂ ਨੂੰ ਸਮਝ ਇਹੀ ਚੀਜ਼ ਆ ਰਹੀ ਹੈ। ਬਿਲਕੁਲ। ਤੇ ਕ੍ਰਿਕਟ 20-20 50-50 ਹੁਣ ਪਤਾ ਨਹੀਂ 10-10 ਵੀ ਚੱਲ ਪਵੇ ਕਦੀ। ਗੇਂਦ ਆਈ, ਤੁਸੀਂ ਉਸ ਗੇਂਦ ਤੇ ਧਿਆਨ ਦਿਓ, ਉਹਨੂੰ ਖੇਲੋ। ਬਿਲਕੁਲ। ਫਿਰ ਅਗਲੀ ਗੇਂਦ ਦੇਖੋ ਕਿੱਦਾਂ, ਉਹਨੂੰ ਖੇਲੋ। ਜ਼ਿੰਦਗੀ 'ਚ ਵੀ ਏਦਾਂ, ਔਰ ਇੰਟਰਵਿਊ ਜਾਂ ਐਗਜ਼ਾਮ 'ਚ ਵੀ ਬਿਲਕੁਲ ਜਿਹੜੀ ਚੀਜ਼ ਸਾਹਮਣੇ ਆ ਉੱਥੇ ਕੰਸੈਂਟਰੇਟ ਕਰੋ। ਬਿਲਕੁਲ, ਉਹਨੂੰ ਬੈਸਟ ਖੇਲੋ। ਬਿਲਕੁਲ ਬਿਲकुल। ਤੁਸੀਂ ਜਦੋਂ ਸਵਾਲ ਪੁੱਛਿਆ ਆ ਜਾਂ ਤਾਂ ਪਿਛਲੇ ਵਾਰ ਸੋਚ ਰਹੇ ਹਾਂ ਮੈਂ ਜਵਾਬ ਨਹੀਂ ਦਿੱਤਾ, ਉਹ ਕੀ ਸੋਚਦਾ ਹੋ, ਬਿਲकुल ਉਸ ਤੋਂ ਬਾਅਦ ਕੀ ਪੁੱਛੂ, ਤੁਹਾਡੀ ਕੰਸੈਂਟਰੇਸ਼ਨ 20% ਉੱਧਰ ਚਲੀ ਗਈ, 20% ਉੱਧਰ, 60% ਕੰਸੈਂਟਰੇਸ਼ਨ ਤੁਸੀਂ ਕੰਮ ਕੀਤਾ ਗਾਇਬ ਦਾ। ਬਿਲकुल ਬਿਲकुल। ਜੇ ਤੁਸੀਂ ਸਿਰਫ ਉੱਧਰ ਧਿਆਨ ਨਾਲ ਸੁਣੋ, ਜਦੋਂ ਸਵਾਲ ਖਤਮ ਕਰ ਦਿਓ, ਅੱਧਾ ਸਕਿੰਟ ਦਾ ਪੌਜ਼ ਦਿਓ, 1 ਸਕਿੰਟ ਦਾ। ਜੀ, ਕਈ ਵਾਰ ਕੀ ਹੁੰਦਾ, ਬੰਦੇ ਨੇ ਫੁੱਲ ਸਟਾਪ ਕੋਮਾ ਲਿਆ, ਤੁਸੀਂ ਬੋਲਣਾ ਸ਼ੁਰੂ ਕਰਤਾ। ਬਿਲकुल 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 ਬਿਲकुल। ਤੁਸੀਂ ਉਹ ਪੌਜ਼ ਦੇ ਕੇ ਫਿਰ ਤੁਸੀਂ ਸਮਝ ਗਏ। ਜੇ ਤੁਹਾਨੂੰ ਅੱਧਾ 1 ਸਕਿੰਟ ਲੱਗਦਾ ਸਮਝਣ 'ਚ, ਜਵਾਬ ਦੇਣ 'ਚ, ਲਓ ਕੁਐਸਚਨ ਸਮਝੇ ਬਿਨਾ ਜਵਾਬ ਦੇਣਾ ਨਾ ਸ਼ੁਰੂ ਕਰੋ। ਬਿਲकुल। ਕਈ ਵਾਰ ਤੁਹਾਨੂੰ ਨਹੀਂ ਸਮਝ ਆਇਆ, ਤੁਸੀਂ ਕਹੋ ਸੌਰੀ, ਕੁਡ ਯੂ ਪਲੀਜ਼ ਰਿਪੀਟ ਦੀ ਕੁਐਸਚਨ। ਕੀ ਤੁਸੀਂ ਆਪਣਾ ਸਵਾਲ ਦੁਹਰਾ ਸਕਦੇ ਹੋ? ਮੇਰੇ ਮਨ 'ਚ ਇੱਕ ਆ ਰਹੀ ਸੀਗੀ ਗੱਲ ਕਿ ਸਤਿਗੁਰ ਕਬੀਰ ਕਹਿੰਦੇ, ਚੋਟ ਸਹਾਰੇ ਸ਼ਬਦ ਕੀ, ਦਾਸ ਗੁਰੂ ਮੈਂ ਦਾਸ। ਉਹ ਸ਼ਬਦ ਦੀ ਚੋਟ ਜਿਹੜੀ ਆ ਤੁਹਾਡੇ, ਜਿਵੇਂ ਤੁਸੀਂ ਉਹ ਬਾਲ ਦੀ ਗੱਲ ਕੀਤੀ ਹੈ, ਐਵੇਂ ਜਿਹੜਾ ਕੁਐਸਚਨ ਆ ਰਿਹਾ ਤੁਹਾਡੇ ਵੱਲੋਂ, ਉਹਨੂੰ ਵੀ ਬਾਲ ਵਾਂਗ ਲਾਓ, ਫਿਰ ਉਹਦੇ ਤੇ ਚੋਟ ਕਰਨਾ। ਇਹ ਐਟੀਟਿਊਡ ਜਿਹੜਾ ਹੈ, ਉਹਦੇ ਬਾਰੇ ਤੁਸੀਂ ਉਹਨਾਂ ਤੋਂ ਸਮਝੋ, ਕੁਐਸਚਨ ਨੂੰ ਸਮਝੋ, ਔਰ ਤੁਹਾਨੂੰ ਅਗਰ ਸੋਚਣ ਨੂੰ ਅੱਧਾ ਸੈਕਿੰਡ, 1 ਸਕਿੰਟ, 2 ਸਕਿੰਟ ਲੱਗਦੇ ਆ ਤੇ ਤੁਸੀਂ ਲਓ। ਬਿਲकुल ਬਿਲकुल। ਮਤਲਬ ਇਟ ਇਜ਼ ਨਾਟ ਇੱਕ ਫਾਇਰ ਰਾਉਂਡ, ਕੀ ਬੋਲਦੇ ਨੇ, ਕੁਇਕ ਫਾਇਰ ਰਾਉਂਡ। ਬਿਲकुल ਬਿਲकुल। ਉਹ ਦਿੱਤਾ ਜਵਾਬ ਬਿਲकुल। ਦੇ ਡੋਂਟ ਐਕਸਪੈਕਟ ਲਾਈਕ ਦੈਟ, ਪੀਸਫੁਲੀ ਦੇ ਵਾਂਟ ਯੂ। ਔਰ ਤੁਸੀਂ ਉਹਨਾਂ ਨੂੰ, ਅੱਛਾ ਫਿਰ ਇੱਕ ਜਣਾ ਪੁੱਛਿਆ, ਕਈ ਵਾਰ ਜਾਣ ਕੇ ਉਹ ਇਦਾਂ ਕਰਦੇ ਨੇ, ਕਈ ਵਾਰ ਜਾਣ ਕੇ ਕਲੀਅਰ ਨਹੀਂ ਬੋਲਦੇ, ਕਈ ਵਾਰ ਕੁਐਸਚਨ ਜਾਣ ਕੇ ਅੱਧਾ ਬੋਲਦੇ, ਕਨਫਿਊਜ਼ਿੰਗ ਜਿਹਾ ਛੱਡ ਜਾਂਦੇ। ਜਿਹੜਾ ਕੈਂਡੀਡੇਟ ਕੱਚਾ, ਉਹ ਜਵਾਬ ਦੇਣਾ ਸ਼ੁਰੂ ਕਰ ਦਿੰਦਾ। ਉੱਥੇ ਵੀ ਪੌਜ਼ ਕਰੋ, ਕੁਐਸਚਨ ਕੰਟਰਡਿਕਟਰੀ ਹੈ। ਸਾਰੇ ਤੁਹਾਡਾ ਕੁਐਸਚਨ ਨੂੰ ਮੈਨੂੰ ਨਹੀਂ ਕਲੀਅਰ ਨਹੀਂ ਹੋਇਆ, ਇਹਨੂੰ ਪਲੀਜ਼ ਕਲੀਅਰ ਕਰੋ ਥੋੜਾ ਕਾਈਂਡਲੀ, ਕੈਨ ਯੂ ਮੇਕ ਇਟ ਕਲੀਅਰ ਪਲੀਜ਼, ਏਦਾਂ ਕਰਕੇ। ਅੱਛਾ, ਕਈ ਵਾਰ ਕੀ ਕਰਦੇ ਨੇ, ਇੱਕ ਜਣਾ ਪੁੱਛ ਰਿਹਾ, ਹਾਲੇ ਉਹਨੇ ਅੱਧਾ ਪੁੱਛਿਆ, ਦੂਜੇ ਨੇ ਪੁੱਛਣਾ ਸ਼ੁਰੂ ਕਰਤਾ, ਉਹ ਹਾਲੇ ਉਹਨੇ ਖਤਮ ਨਹੀਂ, ਤੀਜੇ ਨੇ ਪੁੱਛਣਾ ਜਾਂਦਾ। ਉਹ ਤੁਹਾਨੂੰ ਉਹ ਦੇਖਦੇ ਆ, ਕਿਉਂਕਿ ਇਹੋ ਜਿਹੀਆਂ ਜਦੋਂ ਤੁਸੀਂ ਏਡੇ ਵੱਡੇ ਆਫੀਸਰ ਬਣਨਾ, ਇਹੋ ਜਿਹੀਆਂ ਕੰਡੀਸ਼ਨਾਂ ਵੀ ਆਉਣਗੀਆਂ। ਉਹ ਕਦੇ ਕੱਚੇ ਥੋੜਾ ਕਿ ਇੱਕ ਜਣਾ ਭੀੜ ਨੇ ਵੀ ਆਉਣਾ ਹੈ, ਜਿਹਦੇ ਵਿੱਚੋਂ 50 ਕੁਐਸਚਨ ਤੁਹਾਨੂੰ ਇੱਕੋ ਵੇਲੇ ਹੋ ਜਾਣੇ। ਉਹ ਬੰਦੇ ਕੱਚੇ ਥੋੜਾ ਕਿ ਇੱਕ ਜਣਾ ਪੁੱਛੇ, ਐਡੇ ਮੋਬਸ ਬੰਦੇ ਨੇ, ਐਡੇ ਰਿਸਪੈਕਟੇਬਲ ਪੋਜੀਸ਼ਨ ਤੇ ਬੰਦੇ ਹੁੰਦੇ ਨੇ, ਸਿੱਧੇ ਪੋਜੀਸ਼ਨ, ਉਹ ਕੱਚੇ ਥੋੜਾ ਤਮੀਜ਼ ਹੈ ਕਿ ਇੱਕ ਜਣਾ ਪੁੱਛੇ, ਦੂਜਾ ਪੁੱਛ ਕੇ ਉਹ ਟੋਕੂਗਾ। ਉਹ ਜਾਣ ਕੇ ਇਦਾਂ ਦੀ ਕੰਡੀਸ਼ਨ ਕਰਦੇ ਆ। ਤੇ ਉਸ ਟਾਈਮ ਕੈਂਡੀਡੇਟ ਨੂੰ ਚਾਹੀਦਾ, ਹੀ ਸ਼ੁੱਡ ਸਿਟ ਬੈਕ ਐਂਡ ਹੀ ਔਰ ਸ਼ੀ, ਉਹ ਬੈਠ ਕੇ ਥੋੜਾ ਸਮਾਈਲ ਕਰੇ। ਉਹ ਫਿਰ ਆਪਣੇ ਆਪ ਸਮਝ ਜਾਂਦੇ, ਉਹ ਫਿਰ ਕਹੇਗਾ ਇਹਨਾਂ ਦਾ ਜਵਾਬ ਦਿਓ। ਮਤਲਬ ਜੇ ਸੌਖੇ ਜਿਹੇ ਸ਼ਬਦਾਂ 'ਚ ਕਹਿਣਾ, ਉਹ ਡੀਸੀ ਬਣ ਕੇ ਬੈਠੇ, ਯਾਰ ਮੈਂ ਬੈਠਾ ਡੀਸੀ, ਤੁਸੀਂ ਪੁੱਛੋ ਕੀ ਪੁੱਛਦੇ ਜੀ, ਪਰ ਬਿਹੇਵ ਲਾਈਕ ਦੈਟ।
जी हाँ जी हाँ, मैं डीसी बैठा, मेरी जिम्मेवारियां सारियां, तुसी हुण आए हो मेरे को अपने लैके संकट जो भी है ਤੇ ਮੈਂ ਉਹਦੇ ਜਵਾਬ ਦੇ ਰਿਹਾ। ਮੈਨੂੰ ਲੱਗਦਾ ਜੇ ਉਹ ਬਿਹੇਵ ਹੋਏਗਾ, ਉਹ ਜ਼ਿੰਮੇਵਾਰੀ ਦਾ ਬਿਹੇਵ ਹੋਏਗਾ, ਉਹ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਤੁਹਾਡਾ ਜਿਹੜਾ ਐਟੀਟਿਊਡ ਪੋਜ਼ਿਟਿਵ ਚਾਹੀਦਾ, ਜੇ ਦੋ ਤਿੰਨ ਜੇ ਤੁਹਾਡੇ ਖਿਲਾਫ ਕੁਝ ਆ ਗਈਆਂ ਨੇ ਗੱਲਾਂ, ਜੇ ਅਚਾਨਕ ਕਿਤੇ ਕੋਈ ਬਾੜ ਆ ਗਈ ਹੈ ਜਾਂ ਹੋਰ ਸਾਨੂੰ ਤੁਹਾਡਾ ਜੀਵਨ ਪ੍ਰਤੀ ਐਟੀਟਿਊਡ ਜਿਹੜਾ ਹੈ ਟੋਟਲ ਜੀ ਉਹ ਆਪਣਾ ਉਹਦੇ ਵਿੱਚ ਉਹ ਕਾਇਮ ਰੱਖੇ। ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ, ਇੰਟਰਵਿਊ ਤੇ ਵੀ ਲਾਗੂ ਆ ਲੇਕਿਨ ਉਹ ਰਿਟਨ ਟੈਸਟ ਤੇ ਵੀ ਲਾਗੂ ਆ। ਅੱਛਾ ਜੀ। ਜਿਹੜੀ ਚੀਜ਼ਾਂ ਆਮ ਤੌਰ ਤੇ ਨਹੀਂ ਦੱਸੀਆਂ ਜਾਂਦੀਆਂ। ਜੀ ਜੀ। ਕੁਝ ਸਵਾਲ ਇਦਾਂ ਦੇ ਨੇ ਜਿਹੜੇ ਕੰਟਰੋਵਰਸ਼ੀਅਲ ਹੈ। ਅੱਛਾ ਜੀ। ਜਿੱਦਾਂ ਇੱਕ ਰਿਜ਼ਰਵੇਸ਼ਨ ਹੈ, ਜਿਹੜਾ ਬੰਦਾ ਰਿਜ਼ਰਵੇਸ਼ਨ ਦਾ ਫਾਇਦਾ ਉਠਾ ਰਿਹਾ ਜੀ, ਉਹਨੂੰ ਪੁੱਛੋ ਬੜਾ ਸਟਰੋਂਗਲੀ ਕਹੇਗਾ ਹਾਂ ਹੋਣੀ ਚਾਹੀਦੀ ਹੈ। ਬਿਲਕੁਲ ਠੀਕ ਹੈ। और जेड़ा बंदा कोई जिन्हों नहीं मिल रहा उन्होंने पूछो वो कहेगा बिल्कुल नहीं होनी चाहिए। बिल्कुल ठीक है, वो ठीक है, ਤੁਹਾਡੇ व्यू बिलीफ इज समथिंग डिफरेंट। बिल्कुल। लेकिन जो वो ਤੁਹਾਡੇ ਨਾਲ ਆਰਗੂ ਕਰ ਰਹੇ ਨੇ, ਤੁਹਾਨੂੰ ਇਹ ਕਲੀਅਰ ਪਤਾ ਹੋਣਾ ਚਾਹੀਦਾ ਕਿ ਕੀ ਚੀਜ਼ ਸਹੀ ਹੈ, ਮੈਨੂੰ ਆਰਗੂਮੈਂਟ 'ਚ ਡਿਫੈਂਡ ਕਰ ਸਕਦਾ, ਬਚਾ ਸਕਦਾ ਜਾਂ ਨਹੀਂ ਬਚਾ ਸਕਦਾ। ਬਿਲਕੁਲ ਠੀਕ ਹੈ। ਔਰ ਲੌਜੀਕਲ ਅਗਲਾ ਗੱਲ ਕਿਹਾ ਹੈ, ਤੁਹਾਨੂੰ ਐਗਰੀ ਕਰਨਾ ਆਉਣਾ ਚਾਹੀਦਾ। ਯਾਨੀ ਕਿ ਇੱਕ ਉਹ ਮੈਂ ਜਿਹੜਾ ਕਹਿ ਰਿਹਾ ਸੀ ਜਿਹਦਾ ਸੀਗਾ ਕਲੈਰਿਟੀ ਆਫ ਥਾਟ। ਜੀ ਜੀ। appreciation of others viewpoint। okay, बिल्कुल बिल्कुल बिल्कुल। कि वो कहता जी बई ठीक है, वो एक बंदे पूछते एक्चुअल च है। जी जी। वो कहते होना चाहिए, साडे ते बड़ा जुलम होया, बड़ा इदा सप्रेस किया। वो कहता ठीक है, सप्रेस किया सीगा ते फादर की आ, वो चंगी पोजीशन सीगा, भी तुहाडे ते तां ओहदा कोई असर नहीं होना। तेते की असर ओहदा होया? तेनू फर्स्ट क्लास कॉलेज पढ़ाया, बिल्कुल, तेनू फीस कॉलेज टीचर किसी चीज की कमी नहीं, बिल्कुल। तेते ओहदा की असर, तेनू क्यों दिता जावे? जी। हुण कैंडिडेट को की जवाब है? ये कुछ चीज़ां ते बंदे नू अपने व्यूज क्लीयर थिंकिंग लॉजिकल होनी चाहिए है, उन्होंने अदर्स व्यू पॉइंट पता होना चाहिए, जेडे दे खिलाफ बोलते उन्होंने की पॉइंट है, बिल्कुल, ओहदे च की लॉजिक है या जस्टिफिकेशन है। बिल्कुल बिल्कुल। तुसी फायदा ले आए हो ठीक है। जी जी। मतलब जे मैं मान लो हुआ जी, मैं तो कहूँगा देखो गल यह कि लॉजिकली शायद आज की तरीक नहीं चाहिए, बिल्कुल, लेकिन चूंकि मैंने मिल लिया तो मैं ले आया जी, कोई हर्ज नहीं। बिल्कुल बिल्कुल। कोई झूठ नहीं, बिल्कुल ठीक है। तुसी कोई अपना सच्चे होंदा सर्टिफिकेट नहीं लेके आना उत्तों, बिल्कुल, कि बंदा बड़ा मॉरल और बड़ा फिट है कि ये देखो जी बेनिफिट आज आके आ रहे हैं, ये नहीं मतलब है। तुसी ਜਿਹੜੀ ਚੀਜ਼ ਹੈ ਉਹ ਕਹਿ ਸਕਦੇ ਹੋ, ਬਿਲਕੁਲ, ਜੇ ਤੁਸੀਂ ਡਿਫੈਂਡ ਕਰ ਸਕਦੇ ਹੋ, ਤੁਹਾਡੇ ਕੋਲ ਇਦਾਂ ਦਾ ਆਰਗੂਮੈਂਟ ਹੈ, ਲੇਕਿਨ ਉਹ ਆਰਗੂਮੈਂਟ ਉੱਥੇ ਇੰਟਰਵਿਊ ਬੋਰਡ 'ਚ ਟਰਾਈ ਕਰਨ ਤੋਂ ਪਹਿਲਾਂ ਕਿਸੇ ਜਾਣਕਾਰ ਦੋਸਤ 'ਚ ਬੈਠ ਕੇ ਡਿਸਕਸ ਕਰ ਸਕੋ। ਉਹ ਡਿਸਕਸ ਨਹੀਂ ਜਿੱਥੇ ਗਾਲੀ ਗਲੋਚ ਆ ਜਾਓ, ਉਹ ਡਿਸਕਸ਼ਨ ਨਹੀਂ ਹੁੰਦਾ। ਇਹ ਵੀ ਠੀਕ ਹੈ। डिस्कशन लॉजिकली कुछ पॉइंट इदा दे बिल्कुल होने चाहिए। वो वैसे पॉलिटिकल चीज़ों ते बोलते नहीं आम तौर पे, लेकिन ਤੁਹਾਡੀ थिंकिंग और लॉजिकल एनालिसिस देखने ਲਈ ਉਹ ਕੱਲ ਨੂੰ नरेंद्र मोदी ਦਾ ਸਵਾਲ ਵੀ ਚੁੱਕ ਸਕਦੇ हैं। मैं एक उदाहरण ਦਿੱਤਾ, हाँ बिल्कुल, कि बीजेपी कम्युनिस्ट पार्टी है नहीं, हाँ बिल्कुल, दैट इज ओनली फॉर इंटरव्यू डिस्कशन एंड सीइंग योर एप्टीट्यूड। बिल्कुल, वो ਤੁਹਾਡਾ ਮੈਂਟਲ ਐਪਟੀਟਿਊਡ और लॉजिकल पावर देखनी चाहते हैं। वो ना बीजेपी ਦੇ ਨਾ ਕਾਂਗਰਸ ਦੇ ਨਾ ਤੁਹਾਡੇ ਤੋਂ ਦੇਖਣਾ ਚਾਹੁੰਦੇ हैं। बिल्कुल बिल्कुल बिल्कुल, ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੈ। ਜੀ ਜੀ ਜੀ। ਤੇ ਇਦਾਂ ਦੀ ਚੀਜ਼ਾਂ ਤੇ ਬੰਦੇ ਨੂੰ ਕੁਝ ਲੌਜੀਕਲ ਵਿਊ ਵੀ ਹੋਣਾ ਚਾਹੀਦਾ ਜੀ। ਇਹ ਬੰਦੇ ਨੂੰ ਕਲੀਅਰ ਪੜ੍ਹੇ ਲਿਖੇ ਨੂੰ ਪਤਾ ਹੋਣਾ ਚਾਹੀਦਾ ਲੌਜੀਕ ਤਾਂ ਪਤਾ ਹੋਣਾ ਇੰਟਰਸਟ ਹੈ, ਕਿੱਥੇ ਐਪੀਸਮੈਂਟ ਹੈ, ਹਾਂ ਬਿਲਕੁਲ, ਕਿੱਥੇ ਚਾਪਲੂਸੀ ਵੋਟ ਬੈਂਕ ਹੈ, ਕਿੱਥੇ ਹੋਆ ਇਦਾਂ ਦੀ ਜਗ੍ਹਾ। ਪੋਲਿਟਿਕਸ ਦੀ ਨਹੀਂ ਪੁੱਛਦੇ ਆਮ ਤੌਰ ਤੇ, ਲੇਕਿਨ ਜਿੱਦਾਂ ਮੈਂ ਤੁਹਾਨੂੰ ਕਿਹਾ ਰਿਜ਼ਰਵੇਸ਼ਨ, ਪਰ ਬੰਦੇ ਨੂੰ ਪਤਾ ਹੋਣਾ ਤਾਂ ਚਾਹੀਦਾ ਹੀ ਹੈ। ਓਬੀਸੀ ਦਾ ਹੋਣਾ ਚਾਹੀਦਾ ਕਿ ਨਹੀਂ? ਬਿਲਕੁਲ ਬਿਲकुल। ਬਸ ਇਦਾਂ ਦੀ ਚੀਜ਼ਾਂ ਤੇ ਬੰਦੇ ਨੂੰ ਫੈਕਟਸ ਐਂਡ ਫਿਗਰਸ ਵੀ ਪਤਾ ਹੋਣੀ ਚਾਹੀਦੀ ਹੈ। ਨੌਲੇਜ ਦਾ ਕੋਈ ਸਬਸਟੀਟਿਊਟ ਨਹੀਂ, ਬਿਲਕੁਲ ਠੀਕ, ਲੇਕਿਨ ਨੌਲੇਜ ਕੱਲੀ ਨਹੀਂ, ਉਹਦਾ ਨੌਲੇਜ ਦਾ ਐਕਸਪ੍ਰੈਸ਼ਨ। ਬਿਲकुल, ਕੰਪਿਊਟਰ 'ਚ ਮੇਰੇ ਬੜੀ ਨੌਲੇਜ ਪਈ ਆ ਜੀ ਜੀ ਜੀ, ਮੇਰੇ ਕੋਲ ਪਤਾ ਨਹੀਂ ਕਿੰਨੇ ਗੀਗਾਬਾਈਟਸ ਮੈਗਾਬਾਈਟਸ, ਮੈਂ ਤਾਂ ਜ਼ਿਆਦਾ ਜਾਣਕਾਰ ਨਹੀਂ, ਉਹ 'ਚ ਨੌਲੇਜ ਪਈ, ਲੇਕਿਨ ਜਦੋਂ ਮੈਂ ਲੋੜ ਪਈ ਤੇ ਮੈਂ ਕੱਢ ਨਾ ਸਕਾਂ, ਹਾਂ, ਤੇ ਉਸ ਨੂੰ ਕਹਿੰਦੇ ਰਿਟਰੀਵਲ ਜੀ। ਮੇਰੇ ਦਿਮਾਗ 'ਚ ਬੜੀ ਨੌਲੇਜ ਆ, ਲੇਕਿਨ ਉਹ ਟਾਈਮ ਤੇ ਨਾ ਕਹੇ, ਉਹ ਆਰਗੂਮੈਂਟ ਨਾਲ ਡਿਸਕਸ਼ਨ ਨਾ ਆਉਂਦੀ ਹੈ। ਜੀ ਜੀ ਜੀ। ਮੈਂ ਤੁਹਾਨੂੰ ਦੱਸਦਾ, ਮੈਂ ਕੁਝ ਕਲਾਸਾਂ ਜਲੰਧਰ ਤੋਂ ਲੁਧਿਆਣੇ ਲੈਣ ਜਾਂਦਾ ਸੀ ਜਦੋਂ ਮੈਂ ਸਿਵਲ ਸਰਵਿਸ ਦੇ ਇੰਟਰਵਿਊ ਜਾਣਾ। ਅੱਛਾ ਜੀ। ਕਿਉਂਕਿ ਮੈਨੂੰ ਅੰਗਰੇਜ਼ੀ ਬੋਲਣ ਦੀ ਦਿੱਕਤ ਸੀ, ਔਰ ਦੋ ਚਾਰ ਬੋਲਣਾ ਮੇਰੀ ਲੱਤਾਂ ਕੰਬਦੀਆਂ ਸੀ। ਅੱਛਾ ਜੀ। ਚਿਹਰਾ ਰੰਗ ਉੱਡ ਜਾਂਦਾ ਸੀ। ਮੈਂ ਫ੍ਰੀ ਆਪਣੇ ਖਰਚੇ ਤੇ ਕਲਾਸਾਂ ਲੈਂਦਾ, ਮੈਂ LIC 'ਚ ਹੁੰਦਾ ਸੀ ਉਹਨਾਂ ਦੇ ਵਿੱਚ, ਮੈਂ ਫੈਲੋਸ਼ਿਪ ਕੀਤੀ LIC ਦੀ, ਤੇ ਇੱਥੇ ਦੀ ਐਸੋਸੀਏਟਸ਼ਿਪ ਔਰ ਫੈਲੋਸ਼ਿਪ ਦੀ ਕਲਾਸਾਂ ਲੈਣ ਆਉਂਦਾ ਸੀ। ਅੱਛਾ ਜੀ। ਸਿਰਫ ਇਸ ਕਰਕੇ ਮੈਂ 5-10 ਹਫ਼ਤੇ ਕਲਾਸਾਂ ਲਈਆਂ ਕਿ ਮੈਨੂੰ ਅੰਗਰੇਜ਼ੀ ਬੋਲਣਾ ਆ ਜਾਏ। ਕਲਾਸ ਰੂਮ 5-10-15 ਬੰਦਿਆਂ ਦੀ ਆ, ਕੁਝ ਮੈਂ ਬੋਲਣਾ ਸਿੱਖਦਾ ਤੇ ਥੋੜੀ ਬੋਲਣ ਦੀ ਵੀ ਆਪਣੀ ਸਕਿੱਲ ਨੂੰ, ਲੇਕਿਨ ਜਿੱਦਾਂ ਮੈਂ ਤੁਹਾਨੂੰ ਕਿਹਾ ਇੰਟਰਵਿਊ 'ਚ ਸਿਰਫ 13% ਹੈ। ਬਿਲਕੁਲ ਬਿਲਕੁਲ। ਉੱਤੇ ਕਿਸੇ ਚੀਜ਼ ਤੇ ਉਨਾ ਹੀ ਵਜਨ ਦਿਓ ਜਿੰਨੀ ਉਹਦੀ ਵੇਟੇਜ ਉੱਚ ਹੈ। ਬਿਲਕੁਲ। ਤੇ ਇਸ ਟਾਈਮ ਵੇਟੇਜ ਜਿੱਦਾਂ ਮੈਂ ਤੁਹਾਨੂੰ ਕਿਹਾ ਜੀ ਜੀ, ਜਿਹੜੀ
ਅੱਧੀ ਦੇ ਕਈ ਬੇਟੇ ਜਿਹੜੀ ਆ ਉਹ ਜਨਰਲ ਸਟੱਡੀਜ਼ ਐਂਡ ਜਨਰਲ ਨੌਲੇਜ ਦੇ ਆ। ਉਹ ਜਿਹੜੀ ਇੰਗਲਿਸ਼ ਹੈ ਹੁਣ ਵੀ ਅਸੀਂ ਉਹਦੇ ਨਾਲ ਜੋੜ ਦਈਏ ਜੀ ਤਾਂ ਬੇਟੇ ਜਿਹੜੀ ਆ 75% ਦੇ ਕਈ ਚਲੀ ਜਾਂਦੀ ਹੈ। ਔਰ ਸਾਡੇ ਵਿਦਿਆਰਥੀਆਂ ਨੂੰ ਲਗਭਗ ਇਹਨਾਂ ਚੀਜ਼ਾਂ ਤੇ ਕੰਸੈਂਟਰੇਟ ਕਰਨਾ ਚਾਹੀਦਾ। ਔਰ ਬਾਕੀ ਤਾਂ ਦੇਖੋ ਅੱਛੀ ਨੀਅਤ ਨਾਲ ਅੱਛੀ ਮੰਨਣ ਦੇ ਨਾਲ। ਔਰ ਮੈਂ ਤਾਂ ਇੱਕ ਚੀਜ਼ ਜਾਣਦਾ, ਜੇ ਮੈਂ ਫालतू ਚੀਜ਼ਾਂ ਤੇ ਪੈਸਾ ਖਰਚ ਕਰਦਾ ਤੇ ਜਦੋਂ ਜ਼ਰੂਰਤ ਦੀ ਚੀਜ਼ ਆ ਉਹਦੇ ਲਈ ਦੇਖੋ ਪੈਸਾ ਨਹੀਂ ਬਚੇਗਾ। ਬਿਲਕੁਲ ਪੈਸਾ ਤਾਂ ਫੇਰ ਬਚ ਸਕਦਾ ਜੇ ਕੋਈ ਕਰੋੜਪਤੀ ਆਉਪਤੀ ਹੈ। ਇਸੇ ਤਰ੍ਹਾਂ ਵਿਦਿਆਰਥੀ ਆਪਣੇ ਟਾਈਮ ਨੂੰ ਮੈਨੇਜ ਕਰਕੇ ਪੈਸਾ ਤਾਂ ਹੋ ਸਕਦਾ ਕਿਸੇ ਦੇ ਫਾਦਰ ਬਹੁਤ ਰਿਚ ਨੇ ਉਹਦੇ ਕੋਲ ਕਰੋੜਾਂ ਅਰਬਾਂ ਪਿਆ, ਲੇਕਿਨ ਟਾਈਮ ਜਿਹੜਾ ਆਪਣੇ ਬੜਾ ਇਨਸਾਫ ਕੀਤਾ। ਉਹ 24 ਘੰਟੇ ਇੱਕ ਨੂੰ ਦਿੱਤਾ, ਉਹ ਦਿੱਤਾ ਇੱਕੋ ਜਿਹਾ, ਉਹ 24 ਘੰਟੇ ਇੱਕੋ ਜਿਹਾ ਦਿੱਤਾ, ਉਹ ਤੁਹਾਨੂੰ ਜ਼ਿਆਦਾ ਨਹੀਂ ਦਿੱਤਾ। ਜੇ ਮੈਂ ਫालतू ਚੀਜ਼ਾਂ ਤੇ ਆ ਜਿਹੜਾ ਮੈਂ ਚਾਰਜ ਡੇਗਾ ਮੈਂ ਮੋਬਾਈਲ ਨੂੰ ਕੰਨ ਤੇ ਲਗਾਵਾਂਗਾ ਔਰ ਜੇ ਮੈਂ ਇੰਟਰਨੈਟ ਤੇ ਫੇਸਬੁੱਕ ਆਰਕੁਟ ਟਵਿੱਟਰ ਪਤਾ ਨਹੀਂ ਜੋ ਵੀ ਚੀਜ਼ਾਂ ਹੈ ਦੇਖੋ ਇਹ ਚੀਜ਼ਾਂ ਚਾਰਜ ਜੇ ਉਹਨਾਂ ਦੇ ਉੱਤੋਂ ਕੋਈ ਨੌਲੇਜ ਲੈਣੀ ਚਾਹਵੇ ਤਾਂ ਉਹ ਵੀ ਉਦੋਂ ਤੱਕ ਵਧੀਆ। ਜਦੋਂ ਤੱਕ ਮੈਂ ਅੱਗ ਬਾਲ ਕੇ ਰੋਟੀ ਸੇਕਣੀ ਹੈ ਤਾਂ ਉਦੋਂ ਤੱਕ ਤਾਂ ਵਧੀਆ। ਹਾਂਜੀ ਹਾਂ ਬਿਲਕੁਲ ਚੀਜ਼ ਕੋਈ ਮਾੜੀ ਨਹੀਂ ਹੈ। ਬਿਲਕੁਲ ਠੀਕ। ਹੁਣ ਮੈਂ ਕਿੰਨਾ ਕਿੱਥੇ ਇਸਤੇਮਾਲ ਕਰਦਾ ਬਿਲਕੁਲ ਔਰ 24 ਘੰਟਿਆਂ ਚ ਰੱਬ ਨੇ ਕਿਸੇ ਨੂੰ 48 ਨਹੀਂ ਦਿੱਤੇ, 25 ਬਿਲਕੁਲ ਸਾਰਿਆਂ ਨੂੰ ਇਹ 24 ਚੈੱਕ ਦਿੱਤੇ ਰੱਬ ਨੇ, ਉਹਨੇ ਸਾਈਨ ਕਰਤੇ ਆ, ਅਮਾਉਂਟ ਤੁਹਾਡੇ ਤੇ ਛੱਡਤੀ ਆ, ਕੈਸ਼ ਤੁਸੀਂ ਕਰਾ ਲਓ ਜਿੰਨਾ। ਇਹ ਤੁਹਾਡੀ ਹਿੰਮਤ ਆ। ਮੈਂ ਤਾਂ ਅੱਜ ਦੇ ਵਿਦਿਆਰਥੀ ਨੂੰ ਇਹ ਕਹਿਣਾ ਬਿਲਕੁਲ ਇਹ 4-5 ਸਾਲ ਤਪੱਸਿਆ ਕਰ ਲਓਗੇ ਤੇ ਜ਼ਿੰਦਗੀ ਤੁਹਾਡੀ ਆ। ਬਿਲਕੁਲ ਔਰ ਜਦੋਂ ਇਹ 4-5 ਸਾਲ ਤੁਸੀਂ ਧਿਆਨ ਨਹੀਂ ਦਿੱਤਾ, ਐਸ਼ ਮਸਤੀ ਚ ਉਡਾਤੇ, ਟਾਈਮ ਖਰਾਬ ਕਰਤਾ, ਜ਼ਿੰਦਗੀ ਪਾਇਓ ਦੀ ਕੀਮਤ ਸ਼ਾਇਦ ਚੁਕਾਣੀ ਪਵੇ। ਬਹੁਤ ਮੁੱਲਵਾਨ ਗੱਲਾਂ ਤੁਸੀਂ ਕੀਤੀਆਂ ਕਰਨਲ ਸਾਹਿਬ, ਔਰ ਮੈਨੂੰ ਲੱਗਦਾ ਵਿਦਿਆਰਥੀ ਇਹਨਾਂ ਸਾਰੀਆਂ ਤੋਂ ਸੇਧ ਲੈਣਗੇ। ਔਰ ਤੁਹਾਡਾ ਇੱਥੇ ਆਉਣ ਤੇ ਮੈਂ ਨਾਲ ਲਿਖ ਕੇ ਵੀ ਕਹਿਣਾ ਚਾਹੁੰਦਾ, ਮੈਨੂੰ ਇਹ ਬੜੀ ਖੁਸ਼ੀ, ਮੈਂ ਪਿਛਲੇ 30-32 ਸਾਲ ਤੋਂ ਬੱਚਿਆਂ ਨੂੰ ਕਰੀਅਰ ਚ ਮੈਂ ਗਾਈਡ ਕਰਦਾ ਆ। ਮੈਨੂੰ ਬਹੁਤ ਖੁਸ਼ੀ ਹੋਏਗੀ ਜੇ 2, 4, 10, 15 ਇੱਕ ਬੱਚਾ ਵੀ ਮੇਰੀ ਗਾਈਡੈਂਸ ਦੇ ਨਾਲ ਜੇ ਜ਼ਿੰਦਗੀ ਤਰੱਕੀ ਕਰਦਾ, ਬਿਲਕੁਲ ਬਹੁਤ ਖੁਸ਼ੀ ਹੋਏਗੀ। ਕੋਈ ਵੀ ਬੱਚਾ ਮੈਨੂੰ ਅਗਰ ਕੰਟੈਕਟ ਕਰਨਾ ਚਾਹਵੇ ਤੇ ਮੈਂ ਆਪਣਾ ਟੈਲੀਫੋਨ ਨੰਬਰ ਈਮੇਲ ਐਡਰੈਸ ਤੇ ਆ ਫਲੈਸ਼ ਵੀ ਕੀਤਾ ਜਾਏਗਾ। ਠੀਕ ਹੈ ਜੀ। ਤੇ ਜੇ ਬੱਚੇ ਨੋਟ ਕਰਨਾ ਚਾਹੁੰਦੇ ਕਰ ਲੈਣ, ਜੇ ਨੋਟ ਕਰਵਾ ਮੈਨੂੰ ਕੋਈ ਗੱਲ ਕਰਨਾ ਚਾਹੇਗਾ ਤੇ ਮੇਰੇ ਲਈ ਬੜਾ ਸਵਾਗਤ ਹੈ। ਔਰ ਮੈਂ ਆਪਣੀ ਪੂਰੀ ਤਾਕਤ ਦੇ ਨਾਲ ਉਹਨੂੰ ਗਾਈਡ ਕਰਾਂਗਾ। ਜੋ ਆਪਣਾ ਪੋਟੈਂਸ਼ੀਅਲ ਉਹ ਐਪਟੀਟਿਊਡ ਜਾਣਨਾ ਚਾਹੇਗਾ ਕਿ ਮੈਂ ਕਿੱਦਾਂ ਕਾਮਯਾਬ ਜ਼ਿਆਦਾ ਹੋ ਸਕਦਾ, ਮੈਂ ਉਹ ਵੀ ਉਹਨੂੰ ਗਾਈਡ ਤੁਸੀਂ ਕਰ ਦੋਗੇ। ਤੁਸੀਂ ਆਪਣਾ ਨੰਬਰ ਇੱਕ ਵਾਰੀ ਬੋਲ ਦਿਓ। ਮੇਰਾ ਨੰਬਰ 977 96 042997 97796 04297 97796 04297 एक और नंबर दीजिए 0800492861 और मेरा ईमेल एड्रेस है AGAR6 digital 6 @gmail.com। ਕੋਈ ਵੀ ਵਿਦਿਆਰਥੀ ਜੇ ਚਾਹਵੇ ਤੇ ਤੁਹਾਡੇ ਨਾਲ ਇਹਨਾਂ ਫੋਨ ਨੰਬਰਾਂ ਤੇ ਜਾਂ ਈਮੇਲ ਰਾਹੀਂ ਕੋਈ ਵੀ ਤੁਹਾਡੇ ਕੋਲ ਜਾਣਕਾਰੀ ਲੈ ਔਰ ਮੈਂ ਉਹਨੂੰ ਗਾਈਡ ਕਰਾਂਗਾ। ਜੋ ਮੇਰਾ ਤਜਰਬਾ ਜ਼ਿੰਦਗੀ ਦਾ, ਮੈਨੂੰ ਬਹੁਤ ਖੁਸ਼ੀ ਹੋਏਗੀ ਜੇ ਮੇਰੀ ਪ੍ਰੈਜ਼ੈਂਟ ਜਨਰੇਸ਼ਨ ਦੇ ਇਹ ਭਾਰਤ ਦਾ ਭਵਿੱਖ ਆ ਤੇ ਉਹਦੇ ਨਿਰਮਾਣ 'ਚ ਮੈਂ ਥੋੜਾ ਯੋਗਦਾਨ ਪਾ ਸਕਾਂਗਾ ਤੇ ਮੇਰੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ। ਬਹੁਤ ਮਿਹਰਬਾਨੀ, ਤੁਸੀਂ ਬੜੀਆਂ ਮੁੱਲਵਾਨ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਕਰਨਲ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ। ਮੈਂ ਤੁਹਾਡੇ ਚੈਨਲ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਅੱਜ ਦੀ ਪੀੜ੍ਹੀ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ।